जब पुलिस है तो फिर पुलिस की कार्रवाई उत्ते विश्वास करो। तुसीं कहो नहीं जी असीं तो लिंचिंग करती, असीं रिएक्शन करता। फिर ये भी कह देना कि नहीं कुछ लोग तो पिंडां नूं सरकारां टैररिस्ट मनदी है जां अतवादी मनदी है और कुछ लोग संत मनते हैं। ये किहो जी राजनीति हो रही देश है? अपने वोट बैंक दे करके, अपनी वोट बैंक की राजनीति करके कुछ भी करो। आज महाराष्ट्र ने लिखीमपुर करके बंद करता। महाराष्ट्र तो लिखीमपुर की लेने देना? ਜਿਹੜੇ ਉੱਥੇ ਸੰਤਾਂ ਦੀ ਹੱਤਿਆ ਕੀਤੀ ਗਈ ਉਹਦੇ ਕਰਕੇ ਅਸੀਂ ਸਾਰਾ ਦੇਸ਼ ਬੰਦ ਕਰ ਦਿੰਦੇ। ਅਸੀਂ ਵੀ ਸਰਕਾਰਾਂ ਸਾਡੀਆਂ ਵੀ ਨਹੀਂ, ਅਸੀਂ ਵੀ ਸਰਕਾਰਾਂ ਕਰਕੇ ਬੰਦ ਕਰਾ ਦਿੰਦੇ। ਸੰਤਾਂ ਦੀ ਹੱਤਿਆ ਹੋਈ ਸੀ ਨਾ ਉੱਥੇ ਮਹਾਰਾਸ਼ਟਰ 'ਚ, ਉਸ ਵੇਲੇ ਤਾਂ ਕੋਈ ਗੱਲ ਨਹੀਂ ਹੋਈ। ਇਹ ਨਵੇਂ ਟਾਈਪ ਦੀ ਰਾਜਨੀਤੀ ਸ਼ੁਰੂ ਹੋਈ ਹੈ ਔਰ ਅਫਸੋਸ ਹੈ ਕਿ ਕਿਸਾਨਾਂ ਦੇ ਕੰਧੇ 'ਤੇ ਬੰਦੂਕ ਰੱਖ ਕੇ ਚਲਾਈ ਜਾ ਰਹੀ ਹੈ। ਔਰ ਜਿਹੜੇ ਪੰਜਾਬ ਵਿੱਚ ਮੋਗੇ ਕਿਸਾਨਾਂ ਸਿਰ ਫੱਟੇ ਹੋਏ ਸਨ ਉਹਦੇ ਬਾਰੇ ਕੀ ਕਹਿਣਾ? ਜਿਹੜਾ ਲਾਡੀ ਦਾ ਉੱਤੇ ਪਥਰਾਓ ਹੋਇਆ ਗੁਰਦਾਸਪੁਰ, ਉਹਨੂੰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸ਼ਰਨ ਲੈਣੀ ਪਈ। ਨਹੀਂ ਸਰ, ਕਾਂਗਰਸ ਦੇ ਐਮਐਲਏ ਨੂੰ ਗੁਰਦੁਆਰੇ ਜਾ ਕੇ ਸ਼ਰਨ ਲੈਣੀ ਪਈ। ਉਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਕੱਖਰ ਨਿਕਲੇਗਾ ਜੀ। ਸਰਕਾਰ ਨੇ 11 ਰਾਉਂਡ ਗੱਲ ਦੇ ਕੀਤੇ। 26 जनवरी वापरी सरकार ने कहा भी साढ़े को गल तुम अपने को लाओ, साढ़े को गल नहीं, तुम आओगे स्वागत है, असीं तुहाडे नाल गल करन नूं तैयार हाँ। परंतु सानूं दसना पे कि कानून विच की गलत है। वो मैं हुण भी कहना जिहड़े मर्जी किसान लीडर को बैठ लें साडे नाल, मैनूं दस दें कानून विच की गलत ने, मैं सरकार नाल जाके गल करन नूं तैयार हाँ। हुण दस दो किहड़े किसान की जमीन हड़पी गई? फिर असली जिहड़ी मुद्दा है, हाले तो कोर्ट ने स्टे करता सारा कानून, सरकार ने रोकता कानून। फिर क्यों इस इन्नी गल हैगी जी जब रोक ही दिता सारा कानून? मैं दसा ना, सिर्फ कोरी राजनीति हो रही है और किसानों के कंधे से बंदूक रख के राजनीति कर रहे जेडे कांग्रेस के पहले प्रधान सन, उन्होंने एक मंच तो जिस दिन सिद्धू की ताजपोशी थी उस दिन क्या नहीं, कैप्टन साहब तुहाडा बड़ा धन्यवाद, तुसीं सारिਆਂ ਨੂੰ ਤੋੜਤਾ ਉੱਥੇ ਬਾਰਡਰ ਤੇ। ਉਹਨਾਂ ਦਾ ਬਿਆਨ ਸੀ, ਮੇਰਾ ਬਿਆਨ ਸੀ, ਉਹਨਾਂ ਦਾ ਬਿਆਨ ਸੀ, ਤੂੰ ਸਾਰਿਆਂ ਨੂੰ ਬਾਰਡਰ ਤੇ ਤੋੜਤਾ, ਪੰਜਾਬ ਦੀ ਮੁਸੀਬਤ ਜਲਦੀ ਤੋੜਤੀ। ਔਰ ਇਹ ਵੀ ਕਿਹਾ ਕਿ ਅਸੀਂ ਉਹਨਾਂ ਦੀ ਪੈਸੇ ਉਹਨੂੰ ਵੀ ਅਦਰਵਾਈਜ਼ ਹੀ ਸੇਵਾ ਕਰ ਰਹੇ ਹਾਂ ਔਰ ਕਰਾਂਗੇ। ਅਤੇ ਬੜਾ ਸਪਸ਼ਟ ਹੈ ਕਿ ਇੱਥੇ ਸੁਨੀਲ ਜਾਖੜ ਦਾ ਬਿਆਨ ਹੈ, ਮੇਰਾ ਬਿਆਨ ਤੇ ਨਹੀਂ। ਇਸ ਕਰਕੇ ਕਿ ਅਸੀਂ ਇਲੈਕਸ਼ਨ ਕਰਕੇ, ਮੇਰੇ ਕੋਲ ਨੋਟ ਕਰ ਲਓ, ਜਿਸ ਦਿਨ ਇਲੈਕਸ਼ਨ ਟੱਪਿਆ ਉਸ ਦਿਨ ਸਾਰਾ ਗੱਲ ਮੁੱਕ ਜਾਣੀ ਜੀ। ਇਹ ਸਿਰਫ ਇਲੈਕਸ਼ਨ ਤੱਕ ਹੀ ਹੈ ਗਰਮੀ। ਔਰ ਇੱਕ ਹੋਰ ਜਿਹੜੀ ਬੇਨਤੀ ਮੈਂ ਹਾਲੇ ਵੀ ਕਿਸਾਨਾਂ ਨੂੰ ਕਹਾਂਗਾ, ਕਿਰਪਾ ਕਰਕੇ ਤੁਹਾਡੇ ਕੋਲ ਇਸ਼ੂਜ਼ ਨੇ, ਤੁਹਾਡੇ ਕੰਸਰਨਸ ਨੇ, मेरा गूगल से नंबर ले लो और आओ और गल करके असीं गल नूं तोरांगे कि जी। ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਵਾਸਤੇ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਦੀ ਬਰੂਹਾਂ ਤੇ ਜਿੱਥੇ ਪਿਛਲੇ 11 ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਲਗਾਤਾਰ ਪ੍ਰਦਰਸ਼ਨ ਅਤੇ ਧਰਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ। ਪਰ ਇਹਨਾਂ ਧਰਨਾ ਪ੍ਰਦਰਸ਼ਨਾਂ ਦੇ ਦੌਰਾਨ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਇੱਕ ਹਾਦਸਾ ਵਾਪਰਦਾ ਵਾ, ਜਿਸ ਦੇ ਵਿੱਚ ਕੁਝ ਕਿਸਾਨਾਂ ਸਮੇਤ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਪਰ ਜਿਸ ਨੂੰ ਲੈ ਕੇ ਲਗਾਤਾਰ ਬੀਜੇਪੀ ਨੂੰ ਪੂਰੇ ਦੇਸ਼ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਹਾਦਸੇ ਦੇ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਬੀਜੇਪੀ ਦੀ ਸਰਕਾਰ ਲੱਗੀ ਹੋਈ ਹੈ। ਇਸ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਕੌਮੀ ਸਪੋਕਸਪਰਸਨ ਆਰਪੀ ਸਿੰਘ ਜੀ। ਸਰ, ਲਗਾਤਾਰ ਪਿਛਲੇ 11 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਵਾ, ਲਗਾਤਾਰ ਕਈ ਕੋਸ਼ਿਸ਼ਾਂ ਵੀ ਹੋਈਆਂ ਪਰ ਸਿੱਟਾ ਜਿਹੜਾ ਨਹੀਂ ਨਿਕਲਦਾ ਨਜ਼ਰ ਆ ਰਿਹਾ। ਪ੍ਰਦਰਸ਼ਨ ਹੋਰ ਤੇਜ਼ ਹੁੰਦੇ ਰਹੇ ਤੇ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਜਿਹੜਾ ਪਿਛਲੇ ਦਿਨਾਂ 'ਚ ਹਾਦਸਾ ਹੋਇਆ ਉਹਦਾ ਸਿੱਧਾ ਦੋਸ਼ੀ ਬੀਜੇਪੀ ਦੇ ਵੱਡੇ ਲੀਡਰ ਅਤੇ ਉਹਨਾਂ ਦੇ ਬੇਟੇ ਨੂੰ ਠਹਿਰਾਇਆ ਜਾ ਰਿਹਾ ਤੇ ਤੁਹਾਡੇ ਤੇ ਸਿੱਧੇ ਆਰੋਪ ਲੱਗ ਰਹੇ ਨੇ ਕਿ ਬੀਜੇਪੀ ਸਰਕਾਰ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਹੋਰ ਵੱਖ-ਵੱਖ ਜਿਹੜੀਆਂ ਦੂਜੀਆਂ ਪਾਰਟੀਆਂ ਵਾ ਪੂਰੇ ਦੇਸ਼ ਦੇ ਵਿੱਚ, ਉਹ ਲਗਾਤਾਰ ਤੁਹਾਡੇ ਤੇ ਹਮਲਾਵਰ ਨੇ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਜਿਹੜਾ ਉਸ ਘਟਨਾ ਦਾ ਪ੍ਰਮੁੱਖ ਦੋਸ਼ੀ ਮੰਨਿਆ ਜਾ ਰਿਹਾ ਉਹ ਅੱਜ ਕਿੱਥੇ ਹੈ? ਜੇਲ੍ਹ 'ਚ ਹੈ, ਉੱਥੇ ਪੁਲਿਸ ਕਸਟਡੀ 'ਚ ਹੈ ਇਸ ਵੇਲੇ, ਉਹਦੀ ਇਨਕੁਆਇਰੀ ਹੋ ਰਹੀ ਹੈ। ਇੱਕ ਕਾਨੂੰਨੀ ਪ੍ਰਕਿਰਿਆ ਹੈ, वो पुलिस प्रोसैस है, जुडिशरी का प्रोसैस है, वो प्रोसैस पूरा होएगा तो पूरा प्रोसैस होए उहदे अनुसार कार्रवाई होएगी। परंतु जो अज कांग्रेस साढ़े ते क्वेश्चन चक रही है वो दसिया तो 3 साल पहले लगभग दुशहरे वाले दिन 60 बंदे ट्रेन के थले आके मर गए, उन्होंने मौत हो गई। और क्यों हुई कि दुशहरा मनाया जा रहा सी, गल जगह मनाया जा रहा सी, ठीक नहीं मनाया जा रहा सी, वो ਉਹਦੀ हदां ठीक नहीं सन। ਉੱਥੇ ਲੋਕੀ ਡਰ ਗਏ ਔਰ ਉਹ ਜਿਹੜਾ ਡਰੇ ਤੇ ਉਸ ਚੱਕਰ ਵਿੱਚ ਟ੍ਰੇਨ ਦੇ ਥੱਲੇ ਆ ਗਏ। ਉਹਦੀ ਕੀ ਇੱਕ ਇਨਕੁਆਇਰੀ ਲੱਗੀ ਸੀ,
वो इंक्वायरी रिपोर्ट आई कि अज तक कोई किसी दोषी ਨੂੰ सज़ा मिली कि अज तक नहीं हुई। ये सब राजनीतिक है सारा काम। मैं आप कहना जी घटना हुई ਉਹਦੀ ਨਿੰਦਾ ਕਰਨੀ ਚਾਹੀਦੀ ਹੈ, ਉਹਦੀ ਨਿਖੇਧੀ ਕਰਨੀ ਚਾਹੀਦੀ ਹੈ। ਉਹ ਜਿਹੜੀ ਘਟਨਾ ਹੋਈ ਉਹ ਵੀ, ਉਸ ਤੋਂ ਬਾਅਦ ਜਿਹੜੀ ਲਿੰਚਿੰਗ ਕੀਤੀ ਉਹ ਵੀ, ਪਰੰਤੂ ਅਫਸੋਸ ਹੈ ਕਿ ਉਹ ਲਿੰਚਿੰਗ ਨੂੰ ਵੀ ਜਸਟੀਫਾਈ ਕਰ ਰਹੇ ਨੇ। ਕਿਸਾਨਾਂ ਨੇਤਾ ਕਹਿੰਦਾ ਟਿਕੈਤ ਕਹਿ ਰਿਹਾ ਕਿ ਉਹ ਰਿਐਕਸ਼ਨ ਸੀ, ਵੀ ਕਿਸੇ ਬੰਦੇ ਨੂੰ ਮਾਰ ਦੋ ਰਿਐਕਸ਼ਨ ਹੋ ਜਾਏਗਾ। ਕਿਸੇ ਬੰਦੇ ਨੇ ਗਲਤੀ ਕੀਤੀ ਉਹਨੂੰ ਫੜ ਕੇ ਪੁਲਿਸ ਨੇ ਤਾਂ ਪੁਲਿਸ ਫਿਰ ਕਾਹਦੇ ਵਾਸਤੇ ਜੀ? ਫਿਰ ਪੁਲਿਸ ਦੀ ਕਾਰਵਾਈ ਕਿਉਂ ਨਹੀਂ ਹੋਏ? ਜਦ ਪੁਲਿਸ ਹੈ ਤਾਂ ਫਿਰ ਪੁਲਿਸ ਦੀ ਕਾਰਵਾਈ ਉੱਤੇ ਵਿਸ਼ਵਾਸ ਕਰੋ। ਤੁਸੀਂ ਕਹੋ ਨਹੀਂ ਜੀ ਅਸੀਂ ਤਾਂ ਲਿੰਚਿੰਗ ਕਰਤੀ, ਅਸੀਂ ਰਿਐਕਸ਼ਨ ਕਰਤਾ। ਫਿਰ ਇਹ ਵੀ ਕਹਿ ਦੇਣਾ ਕਿ ਨਹੀਂ ਕੁਛ ਲੋਕੀ ਤੇ ਪਿੰਡਾਂ ਨੂੰ ਸਰਕਾਰਾਂ ਟੈਰਰਿਸਟ ਮੰਨਦੀ ਹੈ ਜਾਂ ਅੱਤਵਾਦੀ ਮੰਨਦੀ ਹੈ ਔਰ ਲੋਕੀ ਉਹਨੂੰ ਕੁਛ ਲੋਕੀ ਸੰਤ ਮੰਨਦੇ ਨੇ। ਇਹ ਕਿਹੋ ਜਿਹੀ ਰਾਜਨੀਤੀ ਹੋ ਰਹੀ ਦੇਸ਼ ਵਿੱਚ? ਆਪਣੇ ਵੋਟ ਬੈਂਕ ਦੇ ਕਰਕੇ, ਆਪਣੀ ਵੋਟ ਬੈਂਕ ਦੀ ਰਾਜਨੀਤੀ ਕਰਕੇ ਕੁਝ ਵੀ ਕਰੋ। ਅੱਜ ਮਹਾਰਾਸ਼ਟਰ ਨੇ ਲਿਖੀਮਪੁਰ ਕਰਕੇ ਬੰਦ ਕਰਤਾ। ਮਹਾਰਾਸ਼ਟਰ ਦਾ ਲਿਖੀਮਪੁਰ ਨਾਲ ਕੀ ਲੈਣਾ ਦੇਣਾ? ਜਿਹੜੇ ਉੱਥੇ ਸੰਤਾਂ ਦੀ ਹੱਤਿਆ ਕੀਤੀ ਗਈ ਉਹਦੇ ਕਰਕੇ ਅਸੀਂ ਸਾਰਾ ਦੇਸ਼ ਬੰਦ ਕਰ ਦਿੰਦੇ। ਅਸੀਂ ਵੀ ਸਰਕਾਰਾਂ ਸਾਡੀਆਂ ਵੀ ਨੇ, ਅਸੀਂ ਵੀ ਸਰਕਾਰਾਂ ਕਰਕੇ ਬੰਦ ਕਰਾ ਦਿੰਦੇ। ਸੰਤਾਂ ਦੀ ਹੱਤਿਆ ਹੋਈ ਸੀ ਨਾ ਉੱਥੇ ਮਹਾਰਾਸ਼ਟਰ ਵਿੱਚ, ਉਸ ਵੇਲੇ ਤਾਂ ਕੋਈ ਗੱਲ ਨਹੀਂ ਹੋਈ। ਇਹ ਨਵੇਂ ਟਾਈਪ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਔਰ ਅਫਸੋਸ ਹੈ ਕਿ ਕਿਸਾਨਾਂ ਦੇ ਕੰਧੇ 'ਤੇ ਬੰਦੂਕ ਰੱਖ ਕੇ ਚਲਾਈ ਜਾ ਰਹੀ ਹੈ। ਤੁਹਾਡਾ ਕਹਿਣ ਦਾ ਮਤਲਬ ਸਿੱਧਾ ਸਿੱਧਾ ਆਰੋਪ ਹੈ ਕਿ ਜਿਹੜੀ ਵੱਖ-ਵੱਖ ਪਾਰਟੀਆਂ ਵਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੀਆਂ ਵਾ ਤੇ ਇਸ ਰਾਜਨੀਤੀ ਦੇ ਵਿੱਚ ਬੀਜੇਪੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਵਾ। ਬੇਸ਼ੱਕ ਤੁਸੀਂ ਕਿਹਾ ਕਿ ਜਿਹੜਾ ਮੁੱਖ ਦੋਸ਼ੀ ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਸੀ ਕਿ ਮੁੱਖ ਦੋਸ਼ੀ ਹੈ ਉਹ ਅੱਜ ਕਿੱਥੇ ਹੈ, ਉਹ ਗ੍ਰਿਫਤਾਰ ਹੋ ਚੁੱਕਾ, ਪਰ ਗ੍ਰਿਫਤਾਰੀ ਤੋਂ ਪਹਿਲਾਂ ਲੰਬਾ ਇੱਕ ਸੰਘਰਸ਼ ਜਿਹੜਾ ਹੈਗਾ ਵੱਖ-ਵੱਖ ਪਾਰਟੀਆਂ ਵੱਲੋਂ ਕੀਤਾ ਗਿਆ। ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਇੱਥੋਂ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਗਏ। ਜਦ ਤੱਕ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਉੱਥੇ ਮੌਨ ਵਰਤ, ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਮੌਨ ਵਰਤ ਰੱਖਿਆ ਗਿਆ। ਉਹ ਕਹਿੰਦੇ ਨੇ ਕਿ ਇਹ ਦਬਾਅ ਦਾ ਹੀ ਨਤੀਜਾ ਸੀਗਾ ਕਿ ਜਿਹੜੇ ਬੀਜੇਪੀ ਨੂੰ ਉਹ ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਕਰਨਾ ਪਿਆ ਵਾ, ਨਹੀਂ ਤਾਂ ਬੀਜੇਪੀ ਤਾਂ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਸੀ। ਦੱਸੋ, ਇੱਥੋਂ ਸਿੱਧੂ ਕਹਿੰਦਾ ਮੈਂ 10,000 ਗੱਡੀਆਂ ਲੈ ਕੇ ਗਿਆ। 10,000 ਗੱਡੀਆਂ ਇੱਥੋਂ ਜਾਣ ਤੇ ਮੈਂ ਹਿਸਾਬ ਲਾ ਰਿਹਾ ਕੋਈ 15 ਕਰੋੜ ਰੁਪਏ ਦਾ ਖਰਚਾ ਹੈ। ਉਹ ਦੱਸੋ ਉਹ ਕਿਹੜੇ ਖਾਤੇ ਤੋਂ ਖਰਚਾ ਚਲਾਇਆ 15 ਕਰੋੜ ਰੁਪਏ ਦਾ? ਔਰ ਜਿਹੜੇ ਪੰਜਾਬ ਵਿੱਚ ਮੋਗੇ ਕਿਸਾਨਾਂ ਸਿਰ ਫੱਟੜ ਹੋਏ ਸਨ ਉਹਦੇ ਬਾਰੇ ਕੀ ਕਹਿਣਾ ਹੈ? ਜਿਹੜਾ ਲਾਡੀ ਦਾ ਉੱਤੇ ਪਥਰਾਓ ਹੋਇਆ ਗੁਰਦਾਸਪੁਰ, ਉਹਨੂੰ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸ਼ਰਨ ਲੈਣੀ ਪਈ। ਨਹੀਂ ਸਰ, ਕਾਂਗਰਸ ਦੇ ਐਮਐਲਏ ਨੂੰ ਗੁਰਦੁਆਰੇ ਜਾ ਕੇ ਸ਼ਰਨ ਲੈਣੀ ਪਈ। ਉਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਤਾਂ ਅੱਖਰ ਨਿਕਲੇਗਾ ਜੀ। ਅਸਲ ਕਿ ਕੋਰੀ ਰਾਜਨੀਤੀ ਔਰ ਅਫਸੋਸ ਹੈ ਕਿ ਕਿਸਾਨਾਂ ਦੇ ਇਸ਼ੂ ਨੂੰ ਸਿੱਖਾਂ ਦੇ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਲਗਾਤਾਰ ਗੱਲ ਕਰਦੀ ਰਹੀ। ਸਰਕਾਰ ਨੇ 11 ਰਾਊਂਡ ਗੱਲ ਦੇ ਕੀਤੇ। 26 ਜਨਵਰੀ ਵਾਪਰੀ ਸਰਕਾਰ ਨੇ ਕਿਹਾ ਵੀ ਸਾਡੇ ਵੱਲੋਂ ਗੱਲ ਤੁਸੀਂ ਆਪਣੇ ਵੱਲ ਆਓ, ਸਾਡੇ ਕੋਲ ਗੱਲ ਨਹੀਂ, ਤੁਸੀਂ ਆਓਗੇ ਸਵਾਗਤ ਹੈ, ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਪਰੰਤੂ ਸਾਨੂੰ ਦੱਸਣਾ ਪਏ ਕਿ ਕਾਨੂੰਨ ਵਿੱਚ ਕੀ ਗਲਤ ਹੈ। ਉਹ ਮੈਂ ਹੁਣ ਵੀ ਕਹਿੰਦਾ ਜਿਹੜੇ ਮਰਜ਼ੀ ਕਿਸਾਨ ਲੀਡਰ ਕੋਲ ਬੈਠ ਲੈਣ ਸਾਡੇ ਨਾਲ, ਮੈਨੂੰ ਦੱਸ ਦੇਣ ਕਾਨੂੰਨ ਵਿੱਚ ਕੀ ਗਲਤ ਨੇ, ਮੈਂ ਸਰਕਾਰ ਨਾਲ ਜਾ ਕੇ ਗੱਲ ਕਰਨ ਨੂੰ ਤਿਆਰ ਹਾਂ, ਪਰ ਦੱਸਣਾ ਪਏਗਾ ਕਾਨੂੰਨ ਵਿੱਚ ਕੀ ਗਲਤ ਹੈ। ਮੈਂ ਇੱਕ ਐਗਜ਼ਾਮਪਲ ਨਾਲ ਤੁਹਾਨੂੰ ਗੱਲ ਸਮਝ ਲੱਗ ਜਾਏਗੀ ਉੱਥੋਂ ਗੱਲ ਦੀ। ਕਹਿੰਦੇ ਮੰਡੀਆਂ ਆ ਜਾਣਗੀਆਂ, ਨਵੀਂ ਮੰਡੀਆਂ ਆ ਜਾਣਗੀਆਂ, ਉਹ ਪੁਰਾਣੀ ਮੰਡੀਆਂ ਖਤਮ ਕਰ ਦੇਣਗੀਆਂ। ਨਵੀਂ ਮੰਡੀ ਲਿਆਣਾ ਨਾ ਲਿਆਣਾ ਇਹ ਰਾਜ ਸਰਕਾਰ ਉੱਤੇ ਹੈ ਕਿ ਉਹ ਨਵੀਂ ਮੰਡੀ ਨੂੰ ਅਲਾਉ ਕਰ ਨਾ ਕਰੇ। ਉਹ ਕੇਂਦਰ ਸਰਕਾਰ ਮੰਡੀ ਨਹੀਂ ਦੇ ਸਕਦੀ ਕਿਉਂਕਿ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੋਣੀ ਹੈ, ਔਰ ਪੰਜਾਬ ਵਿੱਚ ਮੋਗੇ 'ਚ ਕੋਈ ਮੰਡੀ ਖੁੱਲ੍ਹਣੀ ਹੈ ਤਾਂ ਉਹਦੀ ਰਜਿਸਟ੍ਰੇਸ਼ਨ ਉੱਥੇ ਹੋਏਗੀ, ਉਹ ਪੰਜਾਬ ਸਰਕਾਰ ਦੇਗੀ ਛੂਟ ਨੂੰ। ਔਰ ਉੱਤੇ ਕਿੰਨਾ ਟੈਕਸ ਲੱਗਣਾ ਇਹ ਵੀ ਸਰਕਾਰ ਨੇ ਕਹਿਤਾ ਵੀ ਉਹ ਲੋਕਲ ਗੌਰਮੈਂਟ ਤੈਅ ਕਰੇ, ਮਤਲਬ ਪੰਜਾਬ ਸਰਕਾਰ ਤੈਅ ਕਰੇ ਵੀ ਉਸ ਮੰਡੀ 'ਤੇ ਕਿੰਨਾ ਟੈਕਸ ਲੱਗਣਾ ਹੈ, ਉਹ ਜ਼ਿਆਦਾ ਲੱਗਣਾ, ਘੱਟ ਲੱਗਣਾ ਹੈ, ਜਾਂ ਜਿਹੜੀ ਪੁਰਾਣੀ ਮੰਡੀ ਉਸ ਤੋਂ ਜ਼ਿਆਦਾ ਲੱਗਣਾ ਹੈ, ਉਹ ਵੀ ਕਰਨਾ ਹੈ। ਉਹਦੇ ਬਾਵਜੂਦ ਵੀ ਜਾਣ ਕੇ ਸ਼ਰਾਰਤ ਹੋ ਰਹੀ ਹੈ। ਇੱਕ ਸੈਕਿੰਡ ਹੋ ਲਾਂਗਾ, ਇਹ कहता है कि ਕਿਸਾਨਾਂ ਦੀ ਜ਼ਮੀਨ ਹੜਪ ਲਈ ਜਾਏਗੀ ਜੀ। ਮੈਨੂੰ ਦੱਸ ਦਿਓ ਕਿਹੜੇ ਕਿਸਾਨ ਦੀ ਜ਼ਮੀਨ ਹੜਪੀ ਗਈ? ਫਿਰ ਅਸਲੀ ਜਿਹੜੀ ਮੁੱਦਾ ਹੈ, ਹਾਲੇ ਤੇ ਕੋਰਟ ਨੇ ਸਟੇ ਕਰਤਾ ਸਾਰਾ ਕਾਨੂੰਨ, ਸਰਕਾਰ ਨੇ ਰੋਕਤਾ ਕਾਨੂੰਨ। ਫਿਰ ਕਿਉਂ ਇਸ ਗੱਲ ਇੰਨੀ ਗੱਲ ਹੈਗੀ ਜੀ ਜਦ ਰੋਕ ਹੀ ਦਿੱਤਾ ਸਾਰਾ ਕਾਨੂੰਨ? ਮੈਂ ਦੱਸਿਆ ਨਾ, ਸਿਰਫ ਕੋਰੀ ਰਾਜਨੀਤੀ ਹੋ ਰਹੀ ਹੈ ਔਰ ਕਿਸਾਨਾਂ ਦੇ ਕੰਧੇ 'ਤੇ ਬੰਦੂਕ ਰੱਖ ਕੇ ਰਾਜਨੀਤੀ ਕਰ ਰਹੇ ਨੇ। ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਕੋਰੀ ਰਾਜਨੀਤੀ ਹੋ ਰਹੀ ਆ, ਪਰ 11 ਮਹੀਨੇ ਦਾ ਸਮਾਂ ਬੀਤ ਚੁੱਕਾ। ਬੀਜੇਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਵੱਡੇ ਜਿਹੜਾ ਕਿ ਉਹਨਾਂ ਕੋਲ ਮਾਹਿਰ ਵੀ ਹੈ, ਪਰ ਇਹ ਮੁੱਦਾ ਜਿਹੜਾ ਹੈਗਾ ਜਿਹੜੇ ਕਿਸਾਨਾਂ ਦੇ ਨਾਲ ਸਮਝਾਉਣ ਦੇ ਵਿੱਚ ਅਸਫਲ ਕਿਤੇ ਨਾ ਕਿਤੇ ਲੱਗਦਾ ਕਿ ਤੁਹਾਨੂੰ ਕਿ ਅਸਫਲਤਾ ਮਿਲੀ ਹੈ, ਕਿ ਮਤਲਬ ਕਿ ਇੰਨੇ 11 ਰਾਊਂਡ ਦੀ ਬਾਤਚੀਤ ਦੇ ਬਾਵਜੂਦ ਵੀ ਕਿਸਾਨਾਂ ਨੂੰ ਤੁਸੀਂ ਆਪਣੀ ਜਿਹੜੀ ਹੈਗੀ ਆ ਸਮਝਾ ਨਹੀਂ ਪਾਏ ਕਿ ਹਾਂ ਵੀ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਉਹਨਾਂ ਦੇ ਹੱਕ ਦੇ ਵਿੱਚ ਨੇ। ਲੰਬੀਆਂ ਦਿਨ ਤੋਂ ਸਵੇਰ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੀਟਿੰਗਾਂ ਵੀ ਚੱਲਦੀਆਂ ਰਹੀਆਂ। ਕਿਤੇ ਨਾ ਕਿਤੇ ਰਣਨੀਤੀ ਦੇ ਵਿੱਚ ਬੀਜੇਪੀ ਇਸ ਦੇ ਵਿੱਚ ਫੇਲ ਹੁੰਦੀ ਨਜ਼ਰ ਆਈ ਹੈ, ਤੁਹਾਨੂੰ ਲੱਗਦਾ? ਪੰਜਾਬ ਦੇ ਲੱਗਦਾ ਸੂਬਾ ਜੰਮੂ ਕਸ਼ਮੀਰ ਹੈ, ਪੰਜਾਬ ਦਾ ਲੱਗਦਾ ਸੂਬਾ ਹਿਮਾਚਲ ਪ੍ਰਦੇਸ਼ ਹੈ, ਨਾਲ ਲੱਗਦੇ ਸੂਬੇ ਨੇ। ਇਸ ਪਾਸੇ ਜਾਓ ਤੇ ਰਾਜਸਥਾਨ ਹੈ। ਉੱਥੇ ਇੰਨੀ ਦਿੱਕਤ ਕਿਉਂ ਨਹੀਂ ਹੈਗੀ ਜੀ? ਉੱਥੇ ਦੇ ਕਿਸਾਨ ਤੇ ਬੜੇ ਖੁਸ਼ ਨੇ ਸਾਰੇ ਕਾਨੂੰਨ ਤੋਂ।
ਉਹ ਰਾਜਨੀਤੀ ਛੱਡ ਦਿਓ, ਜਿਹੜਾ ਰਾਜਸਥਾਨ ਤੋਂ ਰਾਜਨੀਤੀ ਕਰਦੇ ਨੇ, ਅਦਰਵਾਈਜ਼ ਤੇ ਕੋਈ ਰਾਜਸਥਾਨ ਦਾ ਕਿਸਾਨ ਨਹੀਂ ਆ ਰਿਹਾ। ਮੈਂ ਦੱਸਿਆ ਨਾ। ਅੱਛਾ, ਫਿਰ ਆਪਾਂ ਕਿਉਂ ਭੁੱਲਦੇ ਹਾਂ ਜਿਹੜੇ ਕਾਂਗਰਸ ਦੇ ਪਹਿਲੇ ਪ੍ਰਧਾਨ ਸਨ, ਉਹਨਾਂ 'ਤੇ ਇੱਕ ਮੰਚ ਤੋਂ ਜਿਸ ਦਿਨ ਸਿੱਧੂ ਦੀ ਤਾਜਪੋਸ਼ੀ ਸੀ, ਉਸ ਦਿਨ ਕਿਹਾ ਨਹੀਂ, ਕੈਪਟਨ ਸਾਹਿਬ ਤੁਹਾਡਾ ਬੜਾ ਧੰਨਵਾਦ, ਤੁਸੀਂ ਸਾਰਿਆਂ ਨੂੰ ਤੋੜਤਾ ਉੱਥੇ ਬਾਰਡਰ 'ਤੇ। ਉਹਨਾਂ ਦਾ ਬਿਆਨ ਸੀ, ਮੇਰਾ ਬਿਆਨ ਸੀ, ਉਹਨਾਂ ਦਾ ਬਿਆਨ ਸੀ, ਤੁਸੀਂ ਸਾਰਿਆਂ ਨੂੰ ਬਾਰਡਰ 'ਤੇ ਤੋੜਤਾ, ਪੰਜਾਬ ਦੀ ਮੁਸੀਬਤ ਦਿੱਲੀ ਤੋੜਤੀ। ਔਰ ਇਹ ਵੀ ਕਿਹਾ ਕਿ ਅਸੀਂ ਉਹਨਾਂ ਦੀ ਪੈਸੇ ਉਹਨੂੰ ਵੀ ਅਦਰਵਾਈਜ਼ ਹੀ ਸੇਵਾ ਕਰ ਰਹੇ ਹਾਂ ਔਰ ਕਰਾਂਗੇ। ਅਤੇ ਬੜਾ ਸਪਸ਼ਟ ਹੈ ਕਿ ਇੱਥੇ ਸੁਨੀਲ ਜਾਖੜ ਦਾ ਬਿਆਨ ਹੈ, ਮੇਰਾ ਬਿਆਨ ਤਾਂ ਨਹੀਂ, ਔਰ ਔਨ ਰਿਕਾਰਡ ਹੈ, ਔਨ ਵੀਡੀਓ ਰਿਕਾਰਡ ਹੈ। ਅਤੇ ਇਹ ਰਾਜਨੀਤੀ ਹੋ ਰਹੀ ਹੈ ਇਸ ਕਰਕੇ ਕਿ ਅਸੀਂ ਇਲੈਕਸ਼ਨ ਕਰਕੇ, ਮੇਰੇ ਕੱਲ ਨੋਟ ਕਰ ਲਓ, ਜਿਸ ਦਿਨ ਇਲੈਕਸ਼ਨ ਟੱਪਿਆ ਉਸ ਦਿਨ ਸਾਰਾ ਗੱਲ ਮੁੱਕ ਜਾਣੀ ਜੀ। ਇਹ ਸਿਰਫ ਇਲੈਕਸ਼ਨ ਤੱਕ ਹੀ ਹੈ ਗਰਮੀ। ਔਰ ਇੱਕ ਹੋਰ ਜਿਹੜੀ ਬੇਨਤੀ ਮੈਂ ਹਾਲੇ ਵੀ ਕਿਸਾਨਾਂ ਨੂੰ ਕਹਾਂਗਾ, ਕਿਰਪਾ ਕਰਕੇ ਤੁਹਾਡੇ ਕੋਲ ਇਸ਼ੂਜ਼ ਨੇ, ਤੁਹਾਡੇ ਕੰਸਰਨਸ ਨੇ, ਮੇਰਾ ਗੂਗਲ 'ਤੇ ਨੰਬਰ ਲੈ ਲਓ ਔਰ ਆਓ ਔਰ ਗੱਲ ਕਰਕੇ ਅਸੀਂ ਗੱਲ ਨੂੰ ਤੋਰਾਂਗੇ ਕਿ ਜੀ ਜਦ ਕਿਸਾਨ ਨਾਲ ਕੋਈ ਧੱਕਾ ਹੋਏਗਾ ਸਾਨੂੰ ਉਹਨਾਂ ਉਨੀ ਪੀੜ ਸਾਨੂੰ ਵੀ ਹੈ, ਪਰੰਤੂ ਮੁੱਦਾ ਤਾਂ ਦੱਸੋ। ਅੱਜ ਪਟਿਆਲੇ 'ਚ ਹਾਲੇ ਵੀ ਪੈਪਸੀਕੋ ਦੀ ਕੰਟਰੈਕਟ ਫਾਰਮਿੰਗ ਚੱਲਦੀ ਹੈ, ਅੱਜ ਵੀ ਚੱਲ ਰਹੀ ਹੈ, ਉੱਥੇ ਕੋਈ ਹੱਲਾ ਨਹੀਂ ਕਰਦਾ। 90,000 ਕਰੋੜ ਰੁਪਏ ਦਾ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੋਚ ਚੱਕੇ, ਕੈਪਟਨ ਸਾਹਿਬ ਕੈਪਟਨ ਨਹੀਂ ਸਨ, ਉਹ ਕਾਂਗਰਸ ਦੇ ਕੈਂਡੀਡੇਟ ਸਨ, ਮੁੱਖ ਮੰਤਰੀ ਦੇ, ਉਹ ਕਾਂਗਰਸ ਦੇ ਨਾਤੇ ਇਲੈਕਸ਼ਨ ਲੜੇ ਸਨ। 90,000 ਕਰੋੜ ਰੁਪਏ ਦਾ ਕਰਜ਼ਾ ਮਾਫੀ ਦੀ ਗੱਲ ਕਿਹਨੇ ਕੀਤੀ ਸੀ? ਅਸੀਂ ਕੀਤੀ ਸੀ, ਉਹਨਾਂ ਨੇ ਕੀਤੀ ਸੀ। ਕਿੰਨਾ ਕਰਜ਼ਾ ਮਾਫੀ ਹੋਇਆ? ਕੁੱਲ ਮਿਲਾ ਕੇ 4500 ਕੁਛ ਕਰੋੜ ਰੁਪਇਆ, 6,000 ਕਰੋੜ ਹੋਇਆ, ਬਾਕੀ 84,000 ਕਰੋੜ ਰੁਪਇਆ ਬਾਕੀ ਹੈ ਨਾ। ਕਿਉਂ ਨਹੀਂ ਕਰਦੇ ਮਾਫ? ਉਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ ਕਿਸਾਨ ਵੀ ਗੱਲ ਨਹੀਂ ਕਰਨਗੇ। ਮੋਗਾ ਸਿਰ ਫੱਟੜ ਹੁੰਦੇ ਨੇ, ਉਹਦੇ ਬਾਰੇ ਕੋਈ ਦੇਖਿਆ ਕਿਸੇ ਦਾ ਬਿਆਨ ਆਇਆ ਹੋਇਆ? ਤੁਸੀਂ ਗਵਾਂਢੀ ਸੂਬਿਆਂ ਦੀ ਗੱਲ ਕੀਤੀ, ਜੰਮੂ ਕਸ਼ਮੀਰ ਦੀ ਗੱਲ ਕੀਤੀ, ਹਿਮਾਚਲ ਦੀ ਗੱਲ ਕੀਤੀ, ਪਰ ਹਰਿਆਣਾ ਵੀ ਪੰਜਾਬ ਦਾ ਗਵਾਂਢੀ ਸੂਬਾ। ਹਰਿਆਣੇ ਦੇ ਵਿੱਚ ਵੀ ਜਿੰਨਾ ਕੋ ਪੰਜਾਬ ਦੇ ਵਿੱਚ ਵਿਰੋਧ ਦੇਖਣ ਨੂੰ ਮਿਲਿਆ, ਉਹਨਾਂ ਕਿਤੇ ਨਾ ਕਿਤੇ ਉਹ ਉਹਦੇ ਬਰਾਬਰ ਆ, ਉਸ ਤੋਂ ਥੋੜ੍ਹਾ ਜਿਹਾ ਕਿਤੇ 19-21 ਦੇ ਵਿੱਚ ਹਰਿਆਣਾ ਦੇ ਕਿਸਾਨ ਵੀ ਵਿਰੋਧ ਕਰ ਰਹੇ ਨੇ, ਕਿਉਂਕਿ ਜੇ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਸਾਥ ਨਾ ਦਿੰਦੇ ਤਾਂ ਦਿੱਲੀ ਤੱਕ, ਬਾਰਡਰਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ ਸੀਗਾ। ਪੰਜਾਬ ਹਰਿਆਣਾ ਤਾਂ ਇੱਕੋ ਗੱਲ ਹੈ ਨਾ ਜੀ। ਮੈਂ ਇਸ ਕਰਕੇ ਆਖਿਆ ਪੰਜਾਬ ਹਰਿਆਣਾ। ਰਾਜਸਥਾਨ ਕਿਉਂ ਨਹੀਂ ਇੰਨਾ ਬੁਹਾਲ ਹੋ ਰਿਹਾ ਜੀ? ਰਾਜਸਥਾਨ ਸਭ ਸ਼ਾਂਤੀ ਹੈ। ਮੈਂ ਤਾਂ ਖੈਰ ਜੰਮੂ ਕਸ਼ਮੀਰ, ਅੱਛਾ ਇਹ ਛੱਡ ਦਿਓ, ਇੱਥੋਂ ਅੱਗੇ ਵੱਧ ਜਾਈਏ ਆਪਾਂ, ਪੂਰਾ ਨਾਰਥ ਈਸਟ ਦੇਖ ਲਈਏ ਜੀ, ਪੂਰਾ ਮੱਧ ਪ੍ਰਦੇਸ਼ ਦੇਖ ਲਈਏ, ਰਾਜਸਥਾਨ ਯੂਪੀ ਥੋੜ੍ਹਾ ਵੈਸਟਰਨ ਯੂਪੀ ਛੱਡ ਦਿਓ, ਬਾਕੀ ਪੂਰਾ ਯੂਪੀ ਬਹੁਤ ਵੱਡਾ, ਉਹ ਵੇਖ ਲਈਏ ਜੀ। ਅੱਗੇ ਚਲੀਏ ਉੜੀਸਾ ਵੇਖ ਲਈਏ ਜੀ, ਬੰਗਾਲ 'ਚ ਕਿੰਨਾ ਹੱਲਾ ਹੋ ਰਿਹਾ ਜੀ, ਤੇਲੰਗਾਨਾ 'ਚ ਕਿੰਨਾ ਹੱਲਾ ਹੋ ਰਿਹਾ ਜੀ, ਆਂਧਰਾ ਪ੍ਰਦੇਸ਼ 'ਚ ਕੀ ਹੋ ਰਿਹਾ ਜੀ, ਕੇਰਲ 'ਚ ਕੀ ਹੋ ਰਿਹਾ। ਮੈਂ ਤੁਹਾਨੂੰ ਸਟੇਟਾਂ ਕਰ ਰਿਹਾ, ਮੈਂ ਇੱਕ ਦੱਸੋ ਕਿੱਥੇ ਕੀ ਹੋ ਰਿਹਾ। ਜਿੱਥੇ ਲੈਫਟ ਸਪੌਂਸਰਡ ਕੁਝ ਮਾਮਲਾ ਹੋਏਗਾ, ਉਹ ਸਾਰੇ ਕੋਈ ਕਿਸਾਨ ਯੂਨੀਅਨ ਜ਼ਿਆਦਾਤਰ ਉਹ ਲੋਕ ਨੇ ਲੈਫਟ ਓਰੀਐਂਟਡ ਨੇ ਜੀ। ਬੀਜੇਪੀ ਸਰਕਾਰ ਨੇ ਬੜੇ ਟੇਬਲ ਟਾਕ ਦੇ ਵਿੱਚ ਬੈਠ ਕੇ ਬੜੇ ਵੱਡੇ ਮੁੱਦੇ ਸੁਲਝਾਏ ਆ। ਕੀ ਲੱਗਦਾ ਕਿ ਮਤਲਬ ਕਿ 11 ਰਾਊਂਡ ਦੀ ਬਾਤਚੀਤ ਹੋ ਗਈ, ਉਸ ਤੋਂ ਬਾਅਦ ਹੁਣ ਕਿੰਨੇ ਮਹੀਨੇ ਹੋ ਗਏ, 6-7 ਮਹੀਨੇ ਹੋ ਗਏ, ਕੋਈ ਬਾਤਚੀਤ ਦਾ ਦੌਰ ਨਹੀਂ ਚੱਲ ਰਿਹਾ, ਕਿ ਮਤਲਬ ਕਿ ਇਹ ਰਣਨੀਤੀ ਕਿਤੇ ਬੀਜੇਪੀ ਸਰਕਾਰ ਨੂੰ ਵੀ ਬਦਲਣੀ ਚਾਹੀਦੀ ਹੈ ਕਿ ਹਾਂ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ, ਬੀਜੇਪੀ ਨੇ ਹਮੇਸ਼ਾ ਹੀ ਕਿਸਾਨਾਂ ਦਾ ਭਲਾ ਚਾਹਿਆ, ਪਰ ਜੇ ਹੁਣ 11 ਮਹੀਨੇ ਦੇ ਬਾਅਦ ਵੀ ਜਿਹੜਾ ਮੁੱਦਾ ਸੁਲਝਦਾ ਨਹੀਂ ਆ ਰਿਹਾ, ਉਹਦੇ ਵਾਸਤੇ ਬੀਜੇਪੀ ਸਰਕਾਰ ਨੂੰ ਵੀ ਆਪਣੀ ਰਣਨੀਤੀ ਵਿੱਚ ਕੁਝ ਚੇਂਜ ਕਰਕੇ ਮਤਲਬ ਕਿ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। 10 ਕਰੋੜ ਤੋਂ ਉੱਤੇ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਮਹੀਨਾ ਜਾ ਰਿਹਾ ਔਰ ਇਹ ਲਗਾਤਾਰ ਜਾ ਰਿਹਾ। ਇਹ ਮੋਦੀ ਸਰਕਾਰ ਨੇ ਕੀਤਾ, ਕਿਸੇ ਹੋਰ ਨੇ ਕੀਤਾ। ਕਿਸਾਨ ਕ੍ਰੈਡਿਟ ਕਾਰਡ ਮੋਦੀ ਸਰਕਾਰ ਨੇ ਕੀਤਾ। ਯੂਰੀਆ ਤੇ ਕਰਕੇ ਲੱਠ ਚੱਲਦੇ ਸਨ, ਗੋਲੀਆਂ ਚੱਲਦੀਆਂ ਸਨ, ਉਹ ਅੱਜ ਸੁਵਿਧਾਜਨਕ ਹੋ ਗਿਆ ਕੰਮ। ਅਸੀਂ ਤਾਂ ਹਰ ਉਹ ਕੰਮ ਕੀਤਾ ਜਿਹਦੇ ਕਰਕੇ ਕਿਸਾਨ ਦਾ ਸੋਇਲ ਟੈਸਟਿੰਗ ਦਾ ਕੰਮ ਮੋਦੀ ਸਰਕਾਰ ਨੇ ਕੀਤਾ, ਸੋਇਲ ਹੈਲਥ ਦਾ ਕੰਮ ਮੋਦੀ ਸਰਕਾਰ ਨੇ ਕੀਤਾ। ਫਿਰ MSP ਹਰ ਸਾਲ ਵੱਧਦੀ ਜਾ ਰਹੀ ਹੈ, ਹਰ ਫਸਲ 'ਤੇ MSP ਵੱਧਦੀ ਜਾਂਦੀ ਹੈ, ਕਿਤੇ ਕੋਈ ਕਮੀ ਨਹੀਂ। ਫਿਰ ਜਦ ਹੁਣੇ ਪਿਛਲੇ ਫਰਟੀਲਾਈਜ਼ਰ ਦੇ ਪ੍ਰਾਈਸਿਸ ਵਧੇ, ਸਰਕਾਰ ਨੇ ਕਹਿੰਦੀ ਅਸੀਂ ਨਹੀਂ ਵਧਣ ਦਾਂਗੇ। ਜਦ 1224 ਹੋਣ ਲੱਗੇ, ਸਰਕਾਰ ਨੇ ਕਹਿੰਦੀ ਪਹਿਲੇ ਰੇਟ 'ਤੇ ਚੱਲੇਗਾ। ਮੈਂ ਜਿਹੜੇ ਇੱਕ ਮਿੰਟ ਰੁਕ ਜਾਓ, ਦੱਸਿਆ ਨਾ ਕਿ ਇਹ ਜਾਣ ਕੇ ਮੈਂ ਨਹੀਂ ਕਹਿ ਰਿਹਾ, ਸੁਨੀਲ ਜਾਖੜ ਸਾਹਿਬ ਨੇ ਕਿਹਾ ਕਿ ਧੰਨਵਾਦ ਕੈਪਟਨ ਸਾਹਿਬ, ਤੁਸੀਂ ਅੱਗੇ ਤੋਰ 'ਤੇ ਔਰ ਅਸੀਂ ਸਪਾਂਸਰ ਕਰਾਂਗੇ ਜੀ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਜਿਹੜੇ ਨੇ ਰਾਜਨੀਤਿਕ ਪਾਰਟੀਆਂ ਦੇ ਬਹਿਕਾਵੇ ਦੇ ਵਿੱਚ ਪੂਰਾ ਚੱਲ ਰਹੇ ਨੇ, ਉਹ ਆਪਣੀ ਜਿਹੜੀ ਹੈਗੀ ਹੈ ਜਿਹੜਾ ਹੈਗਾ ਆਪਣਾ ਮਨ ਵਿਚਾਰ ਨਹੀਂ ਕਰ ਰਹੇ, ਜਾਂ ਆਪਣੇ ਮਤਾ ਅਧਿਕਾਰ ਦਾ ਜਾਂ ਜੋ ਵੀ ਹੈਗਾ ਆਪਣੇ ਮਤ ਦਾ ਪ੍ਰਯੋਗ ਨਹੀਂ ਕਰ ਰਹੇ, ਸਿਰਫ ਰਾਜਨੀਤਿਕ ਪਾਰਟੀਆਂ ਦੇ ਆਗੂ ਬਣ ਕੇ ਕੰਮ ਕਰ ਰਹੇ ਨੇ? ਕਿਸਾਨਾਂ ਦੇ 2 ਲੀਡਰ ਦਾ ਨਾਮ ਲੈਂਦਾ ਤੁਹਾਨੂੰ ਮੈਂ ਲੈਣਾ ਚਾਹੁੰਦਾ, ਲੈਂਦਾ ਬਲਬੀਰ ਸਿੰਘ ਰਾਜੇਵਾਲ ਜੀ। ਉਹਨਾਂ ਦੇ ਕੀ ਕੰਮ ਹੈ ਇਹ ਪਤਾ ਖੋਜਬੀਨ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਸਿਰਫ ਉਹ ਕਿਸਾਨ ਨੇ ਜਾਂ ਬਾਕੀ ਹੋਰ ਵੀ ਕੰਮ ਕਰਦੇ ਨੇ। ਇੱਕ ਯੂਪੀ ਦੇ ਆਪਣਾ ਹਰਿਆਣਾ ਦੇ ਨੇ ਉਗਰਾਂ, ਪੰਜਾਬ ਦੇ ਉਹ ਕੀ ਨਾਮ ਉਹਦਾ ਚੌਧਰੀ ਸਾਹਿਬ ਨੇ, ਉਹਨਾਂ ਦੀ ਜਾਣਕਾਰੀ ਲੈ ਲਓ। ਉਹ ਕੀ ਕੰਮ ਕਰਦੇ ਨੇ ਕਿਸਾਨੀਅਤ ਦੇ ਇਲਾਵਾ ਵੀ। ਟਕੈਤ ਸਾਹਿਬ ਕਿਸਾਨੀਅਤ ਦੇ ਇਲਾਵਾ ਕੀ ਕਰਦੇ ਨੇ, ਇਹ ਤਾਂ ਹੁਣੇ ਵੀਡੀਓ ਚੱਲੇ ਨਾ, ਸਾਰੇ ਚੈਨਲ 'ਤੇ ਚੱਲੇ ਸਨ। ਟਕੈਤ ਦਾ ਭਰਾ, ਛੋਟਾ ਭਰਾ ਕੀ ਕਰ ਰਿਹਾ ਸੀ ਸਭ ਨੂੰ ਪਤਾ ਹੈ। ਇਹ ਇੱਥੇ ਆੜਤੀ ਨੇ ਸਾਰੇ। ਮੈਂ ਹੁਣ ਫਿਰ ਵਾਪਸ ਕਹਿ ਰਿਹਾ, ਕਿਸਾਨਾਂ ਦਾ ਕੋਈ ਜਨਰਲ ਮੁੱਦਾ ਹੈ। RP ਸਿੰਘ ਪ੍ਰੋਮਿਸ ਕਰ ਰਿਹਾ ਕਿ ਮੈਂ ਅੱਗੇ ਲੈ ਜਾਣ ਨੂੰ ਤਿਆਰ ਹਾਂ, ਕਿਰਪਾ ਕਰਕੇ ਇੱਕ ਵਾਰ ਬੈਠੋ ਔਰ ਦੱਸੋ, ਔਰ ਜਿੱਥੇ ਕੋ ਉੱਥੇ ਆ ਕੇ ਬੈਠਣ ਨੂੰ ਤਿਆਰ ਹਾਂ, ਗੱਲ ਕਰਨ ਨੂੰ ਤਿਆਰ ਹਾਂ। ਮੈਂ ਤੁਸੀਂ ਉਹ
ਕਹਿੰਦੇ ਕਿ ਪ੍ਰਧਾਨ ਮੰਤਰੀ ਵੈਸੇ ਤਾਂ ਹਰ ਗੱਲ ਦੇ ਵਿੱਚ ਆਪਣੀ ਮਨ ਦੀ ਬਾਤ ਕਰਦੇ ਨੇ ਜਾਂ ਗੱਲਬਾਤ ਦਾ ਰਸਤਾ ਕਹਿੰਦੇ ਨੇ ਕਿ ਖੁੱਲ੍ਹਾ, ਪਰ ਇਸ ਮੁੱਦੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਮੁਨਾਸਿਬ ਨਹੀਂ ਸਮਝੀ। ਜਾਂ ਤਾਂ ਮਨ ਕੀ ਬਾਤ ਵੇਖਦੇ ਨਹੀਂ ਪ੍ਰਧਾਨ ਮੰਤਰੀ ਜੀ, ਮੇਰੇ ਕੋਲ ਕਈ ਸਾਰੇ ਪ੍ਰੋਗਰਾਮ ਮਨ ਕੀ ਬਾਤ 'ਤੇ ਕਿਸਾਨਾਂ ਬਾਰੇ ਕਰ ਚੁੱਕੇ ਨੇ ਔਰ ਸਾਰੇ ਇਸ਼ੂ ਡਿਸਕਸ ਕਰ ਚੁੱਕੇ ਨੇ ਜੀ। ਪਰ ਕਿਉਂਕਿ ਤੁਹਾਨੂੰ ਸਿਰਫ ਉਹ ਸੁਣਨੀ ਹੈ ਜਿਹੜੀ ਕਿ ਪੋਲੀਟੀਕਲੀ ਮੋਟੀਵੇਟਡ ਗੱਲ ਹੋਏਗੀ। ਟਕੈਤ ਮਹਿੰਦਰ ਸਿੰਘ ਟਕੈਤ ਅੱਜ ਲੀਡਰ ਹੋ ਗਿਆ ਕਿਸਾਨਾਂ ਦਾ, ਉਹ ਵਿਦ ਡਿਊ ਰਿਗਾਰਡ ਉਹ ਪੰਜਾਬ ਦੇ ਵੀ ਹਰਿਆਣਾ ਦਾ ਵੀ ਸਾਰਾ ਕਿਸਾਨ ਲੀਡਰ ਹੋ ਗਿਆ। ਉਹ ਬਲਬੀਰ ਸਿੰਘ ਰਾਜੇਵਾਲ, ਚੁਡੂਨੀ ਅਤੇ ਉਗਰਾਂ ਪਿੱਛੇ ਰਹਿ ਗਏ। ਉਹ ਤੇ ਕਾਂਗਰਸ ਦੇ ਟਰੈਕਟਰ ਬੈਠ ਕੇ ਕੈਂਪੇਨਿੰਗ ਕਰ ਰਿਹਾ ਸੀ ਜੀ ਹੁਣੇ, ਇਹ ਅੱਜ ਤੋਂ 3 ਮਹੀਨੇ ਪਹਿਲੇ ਦੀ ਗੱਲ ਹੈ। ਪੁੱਛਣ ਵਾਲਾ ਕੋਈ ਹੈ ਨਹੀਂ ਜੀ। ਉਹ ਤਾਂ ਸਾਫ਼ ਕਹਿ ਰਹੇ ਨੇ ਕਿ ਅਸੀਂ ਜਿੱਥੇ ਜਿੱਥੇ ਬੀਜੇਪੀ ਦੇ ਇਲੈਕਸ਼ਨ ਜਿਹੜੀ ਸਟੇਟਾਂ ਦੇ ਵਿੱਚ ਬੀਜੇਪੀ ਇਲੈਕਸ਼ਨ ਲੜ ਰਹੀ ਆ ਅਸੀਂ ਵਿਰੋਧ ਕਰਾਂਗੇ। ਉਹ ਤਾਂ ਸਾਫ਼ ਕਹਿ ਰਹੇ ਨੇ ਜਦ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਵਿਰੋਧ ਕਰਾਂਗੇ। ਹੁਣ 26 ਅਕਤੂਬਰ ਨੂੰ ਲਖਨਊ ਦੇ ਵਿੱਚ ਵੀ ਰੈਲੀ ਰੱਖੀ ਹੋਈ ਹੈ। ਉਹ ਤਾਂ ਸਾਫ਼ ਕਹਿ ਹੀ ਰਹੇ ਨੇ ਕਿ ਅਸੀਂ ਬੀਜੇਪੀ ਸਰਕਾਰ ਸਾਡੀ ਨਹੀਂ ਸੁਣਵਾਈ ਕਰ ਰਹੀ, ਅਸੀਂ ਬੀਜੇਪੀ ਨੂੰ ਪੱਛਮੀ ਬੰਗਾਲ ਦੇ ਵਿੱਚ ਵੀ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਗਈਆਂ, ਜਾ ਕੇ ਕਿਸਾਨ ਪੰਜਾਬ ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਗਏ। ਪੱਛਮ ਬੰਗਾਲ ਵਿੱਚ ਰੈਲੀ ਕਰਨ ਦਾ ਨੁਕਸਾਨ ਕਿਹਨੂੰ ਆਇਆ? ਕਾਂਗਰਸ ਨੂੰ। ਕਿੰਨੀ ਸੀਟਾਂ ਆਈਆਂ? 0। ਕਮਿਊਨਿਸਟ ਪਾਰਟੀ ਨੂੰ ਕਿੰਨੀ ਸੀਟਾਂ ਆਈਆਂ? 0। ਜਿਹੜੀ ਕਮਿਊਨਿਸਟ ਪਾਰਟੀ ਨੇ 30 ਸਾਲ ਰਾਜ ਕੀਤਾ ਉੱਥੇ, ਔਰ ਬੀਜੇਪੀ ਸਭ ਤੋਂ ਨੰਬਰ 1 ਆਪੋਜੀਸ਼ਨ ਪਾਰਟੀ ਬਣ ਗਈ 77 ਸੀਟਾਂ ਨਾਲ। ਤੇ ਸਾਰਾ ਕੋਈ ਦਾਅਵਾ ਤਾਂ ਤੁਸੀਂ ਸਰਕਾਰ ਬਣਾਉਣ ਦਾ ਪੇਸ਼ ਕਰ ਰਹੇ ਹੋ। ਠੀਕ ਹੈ, ਰਾਜਨੀਤੀ ਦਾਅਵੇ ਕੀਤੇ ਜਾਂਦੇ ਨੇ, ਕੰਮ ਵੀ ਕੀਤਾ ਜਾਂਦਾ ਹੈ, ਉਹ ਕਈ ਵਾਰ ਲੋਕੀ ਨਹੀਂ ਐਕਸੈਪਟ ਕਰਦੇ। ਪਰ ਇਹ ਨਹੀਂ ਕਿ ਮਮਤਾ ਬੈਨਰਜੀ ਚੁਣਾਵ ਇਲੈਕਸ਼ਨ ਹੀ ਹਾਰੀ। ਮਮਤਾ ਬੈਨਰਜੀ ਖੁਦ ਸੀਐਮ ਦਾ ਕੈਂਡੀਡੇਟ ਬਣ ਕੇ ਇਲੈਕਸ਼ਨ, ਪਹਿਲਾ ਇਲੈਕਸ਼ਨ ਹਾਰੀ, ਦੂਜਾ ਜਿੱਤੀ, ਪਰ ਪਹਿਲੀ ਵਾਰ ਤਾਂ ਇਲੈਕਸ਼ਨ ਹਾਰੀ ਨਾ ਜੀ। ਤੇ ਇਹ ਰਾਜਨੀਤੀ ਹੈ। ਪਰੰਤੂ ਜਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਸਨ, ਜਿਹੜੇ ਕਾਂਗਰਸ ਲੈਫਟ ਪਾਰਟੀ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਮੰਚ 'ਤੇ ਹੈਗੇ ਸਨ, ਉਹ ਤਾਂ ਸਾਰੇ ਬਿਲਕੁਲ 0 ਹੋ ਗਿਆ ਮਾਮਲਾ ਉਹਨਾਂ ਦਾ ਜੀ। ਹਨਨ ਮੋਲਾ ਉੱਥੇ ਮੰਚ 'ਤੇ ਹੈਗਾ ਸੀ ਉਹਨਾਂ ਦੇ, ਉਹ 0 ਹੋ ਗਿਆ। ਪਰ ਜਿਹੜੀ ਮੇਰੀ ਹਾਲੇ ਵੀ ਗੱਲ ਹੈ, ਤੁਸੀਂ ਰਾਜਨੀਤੀ ਕਰੋ, ਅਸੀਂ ਨਹੀਂ ਕਹਿੰਦੇ। ਔਰ ਤੁਸੀਂ ਕਹਿੰਦੇ ਫਿਰ ਕਹੋ ਅਸੀਂ ਖੁੱਲ੍ਹ ਕੇ ਰਾਜਨੀਤੀ ਕਰਾਂਗੇ ਨਾ ਜੀ, ਫਿਰ ਉੱਦਾਂ ਡੀਲ ਕਰਾਂਗੇ ਅਸੀਂ। ਕਰਨ ਕਿਸਾਨ ਕਿਸੇ ਰਾਜਨੀਤੀ ਕਰਨੀ ਹੈ। ਹੁਣ ਕਰਨ ਇੱਥੇ ਪੰਜਾਬ ਵਿੱਚ ਕਿ 90,000 ਕਰੋੜ ਦਾ ਜਿਹੜਾ ਆਖਿਆ 84,000 ਕਰੋੜ ਰੁਪਏ, ਤੁਸੀਂ ਚੇਅਰ ਮੇਰੇ ਨਾਲ 4500 ਕੁਝ ਕਰੋੜ ਰੁਪਏ, ਜਿਹੜਾ 84,000 ਕਰੋੜ ਰੁਪਏ ਬਾਕੀ ਹੈ ਉਹਦੇ ਬਾਰੇ ਗੱਲ ਕਰਨ ਨਾ ਕਦੀ ਜੀ, ਫਿਰ ਸਮਝ ਲੱਗੇ ਕਿ ਹਾਂ ਵੀ ਰਾਜਨੀਤੀ ਕਰ ਰਹੇ ਨੇ। ਉਹ ਦਿਖਦਾ ਹੈ ਕਿ ਜਾਣ ਕੇ ਫੰਡਡ ਔਰ ਸਪਾਂਸਰਡ ਕੰਮ ਹੈਗਾ। ਉਹ ਸਪਾਂਸਰਡ ਵੀ ਹੈ, ਉਹ ਫੰਡਡ ਵੀ ਹੈਗਾ। ਔਰ ਬੜਾ ਵੱਡਾ ਬਿਆਨ ਦੇ ਰਹੇ ਹੋ। ਜਿਹੜੇ ਜਦੋਂ ਇਦਾਂ ਦੇ ਬਿਆਨ ਬੀਜੇਪੀ ਲੀਡਰਾਂ ਵੱਲੋਂ ਦਿੱਤੇ ਜਾਂਦੇ ਨੇ ਤੇ ਅੱਗੇ ਬੜਾ ਅਗਰੈਸਿਵ ਜਿਹੜਾ ਜਵਾਬ ਹੈ ਕਿਸਾਨ ਲੀਡਰਾਂ ਵੱਲੋਂ ਵੀ ਦਿੱਤਾ ਜਾਂਦਾ। ਸਿਰਫ ਜਵਾਬ ਦੇਣ ਜੀ, ਮੈਂ ਤਾਂ ਕਹਿ ਰਿਹਾ, ਮੈਂ ਥੋੜ੍ਹਾ ਕਹਿ ਰਿਹਾ, ਮੇਰਾ ਬਿਆਨ ਨਹੀਂ ਹੈਗਾ। ਕਿਹਦਾ ਬਿਆਨ ਹੈ? ਇਹ ਬਿਆਨ ਹੈ ਸੁਨੀਲ ਜਾਖੜ ਦਾ, ਮੇਰਾ ਬਿਆਨ ਥੋੜ੍ਹਾ ਜੀ। ਇਹ ਸੁਨੀਲ ਜਾਖੜ ਨੇ ਓਪਨਲੀ ਮੰਚ ਤੋਂ ਆਖਿਆ, ਕਿਸੇ ਕਿਸਾਨ ਲੀਡਰ ਨੇ ਆਖਿਆ ਨਹੀਂ ਇਹ ਗਲਤ ਬਿਆਨ ਦੇ ਰਿਹਾ ਜੀ, ਗਲਤ ਬਿਆਨ ਨਹੀਂ ਦੇ ਰਿਹਾ। ਫੰਡਿੰਗ ਹੋ ਰਹੀ ਹੈ ਸਾਰੀ। ਇਹ ਸੁਨੀਲ ਜਾਖੜ ਦਾ ਬਿਆਨ ਹੈ, ਮੇਰਾ ਬਿਆਨ ਨਹੀਂ ਜੀ। ਸੁਨੀਲ ਜਾਖੜ ਨੇ ਜਿਸ ਦਿਨ ਤਾਜਪੋਸ਼ੀ ਸੀ ਉਸ ਦਿਨ ਆਖਿਆ। ਸੁਨੀਲ ਜਾਖੜ ਤਾਂ ਹੋਰ ਵੀ ਬੜੇ ਬਿਆਨ ਦਿੰਦੇ ਨੇ ਕਿ ਤੁਸੀਂ ਸਾਰਿਆਂ ਤੋਂ ਇਤਫਾਕ ਰੱਖਦੇ ਹੋ। ਮੇਰੀ ਗੱਲ ਸਮਝੀ ਨਹੀਂ। ਗੱਲ ਹੈ ਕਿ ਜਿਹੜਾ ਬਿਆਨ ਦਿੱਤਾ ਉੱਥੋਂ ਕੋਈ ਕਿਸੇ ਕਾਂਗਰਸ ਦੇ ਲੀਡਰ ਨੇ ਆਖਿਆ ਅਸੀਂ ਆਪਣਾ ਡਿਸਟੈਂਸ ਕਰਦੇ ਹਾਂ, ਸਾਡਾ ਬਿਆਨ ਇਹਨੇ ਬਿਆਨ, ਔਰ ਉਹ ਤਾਂ ਉਸ ਦਿਨ ਤੱਕ ਪ੍ਰਧਾਨ ਹੈਗਾ ਸੀ, ਹਾਲੇ ਤਾਜਪੋਸ਼ੀ ਤੋਂ ਪਹਿਲੇ ਉਹਨੇ ਆਪਣਾ ਸਟੇਟਮੈਂਟ ਦਿੱਤਾ ਹੈ। तो बड़ा स्पष्ट है कि इसे गेम प्लान हैगी है, उस गेम प्लान के अंदर चल रहे हैं। असी भी कहते ठीक है करो, सानू भी पता है कि पोलिटिकली सानू दिक्कत हो सकती है, पर वो अपनी जगह है। असी ओवरऑल देश के किसानों के हित की गल है, ये किसानों का हित है देश। अच्छा, फिर सुप्रीम कोर्ट ने भी स्टे करता। सुप्रीम कोर्ट ने अपनी कमेटी बनाई, असी थोड़ा बनाई। वो तो इसको असी सुप्रीम कोर्ट भी नहीं मनते जी। वो कहते जी सुप्रीम कोर्ट तो हुणे मैं सुनता सी उन्होंने जो लीडर है जोगिंदर यादव कहते असी तो सुप्रीम कोर्ट गए नहीं। कितना झूठ बोलते हैं। फुलका साहब सुप्रीम कोर्ट कितने बिहाफ से गए सन। असल कि ये जिदा लोड़ पैंदी है उदा ट्विस्ट करते हैं गलों, वो फड़े जाते हैं। चैक कर लो, फुलका साहब ने कहा नहीं कि असी किसानों के बिहाफ से सुप्रीम कोर्ट गए हैं, जब कोर्ट की सुनवाई हुई सी शुरू हुई थी। उस तो हुण कहते हैं असी सुप्रीम कोर्ट गए नहीं जी। लगातार विरोध प्रदर्शन बढ़ते जा रहे हैं। इस ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਦੁਸ਼ਹਿਰੇ ਦਾ ਤਿਉਹਾਰ ਹੈ। ਦੁਸ਼ਹਿਰੇ ਦੇ ਤਿਉਹਾਰ ਤੇ ਬੜਾ ਵੱਡਾ ਜਿਹੜਾ ਵਿਰੋਧ ਪ੍ਰਦਰਸ਼ਨ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਨੇ ਉਲੀਕਿਆ ਵਾ। ਤੇ ਦੁਸ਼ਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ। ਕਿਸ ਤਰ੍ਹਾਂ ਦੇਖਦੇ ਹੋ ਜਦੋਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਾਂ ਤਿਉਹਾਰ ਇਸ ਕਿਸੇ ਵੀ ਤਿਉਹਾਰ ਨੂੰ ਇਸ ਤਰ੍ਹਾਂ ਮਨਾਉਣ ਵਾਸਤੇ ਕਿਸਾਨ ਮੋਰਚੇ ਦੇ ਆਗੂ ਬਿਆਨ ਦਿੰਦੇ ਨੇ? मध्य प्रदेश भी है, मैं तुमने आख्या ना, पंजाब छोड़ दो, थोड़ा हरियाणा छोड़ दो, पूरा देश है। पूरे देश के किसान तो नहीं करने वाले काम। छोटा जरा किसान है वो तो बड़ा खुश है, उन्हें तो दिक्कत है नहीं। जरा काश्तकार है, जरा आप किसानियत करता वो तो खुश है, दिक्कत तो जमींदार नूं है। अच्छा, मैं तुम्हें एग्जाम्पल दूँ तो गल समझ लग जाएगी। मोदी जी ने कहा कि असी जरा किसान का खरीद करांगे, उसका पैसा सीधा किसान के खाते पावांगे और आड़ती का पैसा आड़ती खाते जाएगा।
ਪੂਰੀ ਪੰਜਾਬ ਕੈਬਨਿਟ ਕਿਉਂ ਜਾ ਕੇ ਉੱਥੇ ਗੋਡੇ ਟੇਕ ਕੇ ਬੈਠੀ ਰਹੀ ਕਿ ਤੁਸੀਂ ਇਸ ਸਾਲ ਨਹੀਂ ਅਗਲੇ ਸਾਲ ਤੋਂ ਕਰਨਾ ਜੀ। ਡਾਇਰੈਕਟ ਜਿਹੜਾ ਟ੍ਰਾਂਸਫਰ ਹੈ ਕਿਸਾਨ ਦੇ ਖਾਤੇ 'ਚ ਇਸ ਸਾਲ ਤੋਂ ਨਾ ਕਰੋ, ਅਗਲੇ ਸਾਲ ਤੋਂ ਕਰੋ, ਅਗਲੇ ਸਾਲ ਤੋਂ ਕਰਨਾ। ਕਿਉਂ ਲੱਗੇ ਰਹੀ ਜੀ? ਇੱਥੋਂ ਤੱਕ ਕਿ ਤੁਹਾਡੇ ਮਨ 'ਚ ਕਿਸਾਨ ਦਾ ਹਿੱਤ ਸੀ। ਪੂਰੀ ਪੰਜਾਬ ਦੀ ਕੈਬਨਿਟ, ਮੈਂਬਰ ਪਾਰਲੀਮੈਂਟ, ਉੱਥੇ ਜਾ ਕੇ ਸਿਰਫ ਕੋ ਗੱਲ ਕਿ ਤੁਸੀਂ ਐਤਕੀ ਨਾ ਕਰੋ ਡਾਇਰੈਕਟ ਟ੍ਰਾਂਸਫਰ ਆੜਤੀ। ਅੱਛਾ, ਸਰਕਾਰ ਨੇ ਕਿਹਾ ਵੀ ਅਸੀਂ ਜਿਹੜਾ ਕਿਸਾਨ ਦਾ ਪੈਸਾ ਕਿਸਾਨ ਦੇ ਖਾਤੇ 'ਚ ਜਾਏ। ਇਹ ਕਿਸਾਨ ਹਿੱਤ ਦੀ ਗੱਲ ਹੈ, ਕਿਸਾਨ ਵਿਰੋਧੀ ਗੱਲ ਹੈ ਕਿ ਕਿਸਾਨ ਦਾ ਪੈਸਾ ਕਿਸਾਨ ਦੇ ਖਾਤੇ 'ਚ ਜਾਏ, ਆੜਤੀ ਦਾ ਪੈਸਾ ਆੜਤੀ ਦੇ ਖਾਤੇ 'ਚ ਜਾਏ। ਪਰ ਦਿੱਕਤ ਹੈ ਕਿਉਂਕਿ ਜਿਹੜੇ ਲੋਕੀ ਚਲਾ ਰਹੇ ਉਹ ਕਈ ਸਾਰੇ ਆੜਤੀ ਵੀ ਨੇ ਜੀ, ਉਹਨਾਂ ਦੇ ਆਪਣੇ ਇੰਟਰਸਟ, ਮੈਂ ਨਾਮ ਲੈ ਕੇ ਕਹਿ ਰਹੇ, ਉਹਨਾਂ ਦੇ ਆਪਣੇ ਇੰਟਰਸਟ ਵੀ ਨੇ, ਉਹ ਸਤਿਕਾਰਯੋਗ ਹੋਣਗੇ ਜੀ, ਪਰ ਉਹ ਕਿਸਾਨਾਂ ਦਾ ਹਿੱਤ ਨਹੀਂ ਕਰ ਰਹੇ, ਉਹ ਦੇਸ਼ ਦਾ ਹਿੱਤ ਨਹੀਂ ਕਰ ਰਹੇ। ਜੇ ਟਿਕੈਤ ਪਿੰਡਰਾਂ ਨੂੰ ਲੈ ਕੇ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਉਹ ਕੋਈ ਕਿਸਾਨਾਂ ਦਾ ਹਿੱਤ ਨਹੀਂ ਕਰ ਰਿਹਾ। ਉਹ ਜਦ ਇਹ ਕਹਿੰਦੇ ਕਿ ਮੈਂ ਕਹਿੰਦਾ ਜਿਹੜੀ ਗੱਲ ਹੋਈ ਉਹ ਗਲਤ ਸੀ, ਜਿਹੜਾ ਵੀ ਦੋਸ਼ੀ ਉਹਦੇ 'ਚ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿਹੜੀ ਉੱਥੇ ਲਖੀਮਪੁਰ ਹੋਈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮੇਰੇ ਲਗਾਤਾਰ ਉਹਦੇ ਟਵੀਟ ਪੜ੍ਹੋ, ਲਗਾਤਾਰ ਮੈਂ ਕਹਿੰਦਾ ਡੇ 1 ਤੋਂ ਕਹਿ ਰਿਹਾ ਕਿ ਜਿਹੜਾ ਵੀ ਦੋਸ਼ੀ ਹੈ, ਮੈਂ ਇਹ ਵੀ ਆਖਿਆ ਅਗਰ ਮੰਤਰੀ ਦਾ ਪਹਿਲੇ ਦਿਨ ਆਖਿਆ ਅਗਰ ਮੰਤਰੀ ਦਾ ਬੇਟਾ ਇਨਵੋਲਵ ਹੈ ਉਹਨੂੰ ਵੀ ਸਜ਼ਾ ਹੋਏਗੀ। ਪਰੰਤੂ ਤੁਸੀਂ ਇਹ ਕੁਝ ਉਹ ਰਿਐਕਸ਼ਨ 'ਚ ਮਾਰਤੇ, ਇਹ ਕਿਹੜੀ ਸੱਭਿਅਤਾ ਹੈ? ਸਾਡੇ ਕਿਸਾਨਾਂ ਦੀ ਸੱਭਿਅਤਾ ਤੇ ਨਹੀਂ ਹੈ ਜੀ। ਕਿਸਾਨਾਂ ਨੇ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ। ਉਹ ਕਹਿੰਦੇ ਕਿ ਬੀਜੇਪੀ ਦੇ ਲੀਡਰ ਬਿਆਨ ਦਿੰਦੇ ਨੇ ਕਿ ਇਹ ਕਿਸਾਨ ਨਹੀਂ, ਇਹ ਅੰਦੋਲਨ ਜੀਵੀ ਨੇ। ਨਹੀਂ, ਉਹਦੇ ਕੋਈ ਸ਼ੱਕ ਨਹੀਂ, ਪਰ ਉਹ ਕਾਂਗਰਸ ਬਾਰੇ ਨਹੀਂ ਕਹਿੰਦੇ ਨਾ। ਜਿਹੜਾ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ ਸੀ 23 ਜਨਵਰੀ ਨੂੰ, ਯਾਦ ਕਰੋ, ਕਿ ਇਹ ਸਾਰੇ ਖਾਲਿਸਤਾਨੀ ਨੇ ਸ਼ਬਦ ਨੇ ਉਹਦੇ ਰਵਨੀਤ ਸਿੰਘ ਬਿੱਟੂ ਦੇ। ਉਸ ਦਿਨ ਉਜਵਲਾ ਵੀ ਨਾਲ ਸੀ ਅਤੇ ਉਹ ਜੀਰਾ ਵੀ ਨਾਲ ਸੀ, ਠੀਕ ਹੈ ਨਾ ਜੀ। ਜਦ ਉੱਥੇ ਕੁੱਟ ਲੱਗੀ, ਕਿਸਾਨ ਸੰਸਦ ਦੀ ਕੁੱਟ ਵੀ ਲੱਗੀ, ਉੱਥੇ ਉਹ ਕੋਈ ਇੱਕ ਚੈਨਲ ਦਾ ਉਹ ਸੀ ਮੁੰਡਾ, ਉਹਨੇ ਬਚਾ ਲਿਆ, ਉਹਦੀ ਜਾਨ ਬਚ ਗਈ। ਤਾਂ ਉਹਨੇ ਕੀ ਆਖਿਆ ਕਿ ਇੱਥੇ ਖਾਲਿਸਤਾਨੀ ਨੇ। ਉਹ ਠੀਕ ਹੈ, ਉਹ ਖਾਲਿਸਤਾਨੀ ਕਰਨ ਤੇ ਠੀਕ ਹੈ। ਮੈਂ ਅਗਲੀ ਗੱਲ ਕਰਦਾ, ਦੀਪ ਸਿੱਧੂ ਬਾਰੇ ਕਰਕੇ ਸਾਨੂੰ ਬੜਾ ਇਲਜ਼ਾਮ ਲੱਗਾ ਵੀ ਅਸੀਂ ਦੀਪ ਸਿੱਧੂ ਹੀ ਕਰ ਰਹੇ। ਜਦ ਦੀਪ ਸਿੱਧੂ ਦੇ ਖਿਲਾਫ NIA ਨੇ ਨੋਟਿਸ ਇਸ਼ੂ ਕੀਤਾ, ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਸੁਰਜੇਵਾਲਾ ਆਇਆ ਸੀ। ਮੈਂ ਤੁਹਾਨੂੰ ਤਾਰੀਖ ਦੇ ਦਾਂਗਾ, ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਗਿਆ ਕਿ ਜਿਹੜਾ NIA ਨੇ ਨੋਟਿਸ ਇਸ਼ੂ ਕੀਤਾ ਹੈ ਇਹ ਕਿਉਂ ਕੀਤਾ, ਕਿਸਾਨਾਂ ਨੂੰ ਦਬਾਨ ਕਰਕੇ ਕੀਤਾ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਸਿੱਧਾ ਤੁਸੀਂ ਮਤਲਬ ਕਹਿ ਰਹੇ ਹੋ ਕਿ ਇਸ ਸਾਰੇ ਅੰਦੋਲਨ ਦੇ ਪਿੱਛੇ ਰਾਜਨੀਤੀ ਹੋ ਰਹੀ ਹੈ ਤੇ ਕਾਂਗਰਸ ਇਸ ਸਾਰੇ ਅੰਦੋਲਨ ਨੂੰ ਪ੍ਰੋਜੈਕਟ ਕਰ ਰਹੀ ਹੈ? ਬਿਲਕੁਲ, ਮੈਂ ਤਾਂ ਤੁਹਾਨੂੰ ਐਗਜ਼ਾਮਪਲ ਕੋਟ ਕਰਕੇ ਦੇ ਰਿਹਾ, ਮੈਂ ਤਾਂ ਨਾਮ ਦੇ ਰਿਹਾ, ਇੰਸਟੈਂਸਿਸ ਦੇ ਰਿਹਾ, ਤਾਰੀਖਾਂ ਦੇ ਰਿਹਾ ਕਿ ਇਹ ਤਾਰੀਖਾਂ ਨੂੰ ਇੱਦਾਂ ਦਾ ਬਿਆਨ ਦਿੱਤੇ ਗਏ, ਇੱਦਾਂ ਦਾ ਸਾਰੀ ਸਟੋਰੀ ਬਣਾਈ ਗਈ। ਅੱਜ ਤੱਕ 26 ਜਨਵਰੀ ਵਾਲੀ ਘਟਨਾ ਨੂੰ ਕਿਸੇ ਕਾਂਗਰਸ ਲੀਡਰ ਨੇ ਨਿੰਦਾ ਕੀਤੀ ਵੀ ਗਲਤ ਹੋਈ ਘਟਨਾ? ਕਦੀ ਟਿਕੈਤ ਦੇ ਉਸ ਬਿਆਨ ਦੀ ਨਿੰਦਾ ਕੀਤੀ ਕਿ ਅਸੀਂ ਬੱਕਲ ਉਖਾੜ ਦਾਂਗੇ ਜੀ? ਟਿਕੈਤ ਨਹੀਂ ਕਹਿੰਦੇ, ਬੱਕਲ ਉਖਾੜ ਦਾਂਗੇ ਜੀ। ਕੁਝ 300 ਪੁਲਿਸ ਕਰਮੀਆਂ ਨੂੰ ਚੋਟਾਂ ਲੱਗੀਆਂ, 20 ਫੁੱਟ ਦੀ ਖਾਈ ਤੋਂ ਥੱਲੇ ਗਿਰਿਆ। ਅਗਰ ਸ਼ਰਾਰਤ ਹੁੰਦੀ, ਅਗਰ ਗੜਬੜ ਕਰਨੀ ਹੁੰਦੀ ਤਾਂ ਉਸ ਦਿਨ ਗੋਲੀ ਚੱਲ ਸਕਦੀ ਸੀ, ਉਸ ਦਿਨ ਲਾਠੀ ਚਾਰਜ ਹੋ ਸਕਦਾ ਸੀ। ਪਰ ਹੁਕਮ ਸੀ ਕਿ ਹੱਥ ਬੰਨ੍ਹ ਕੇ ਰਹਿਣਾ, ਇਹ ਆਪਣੇ ਕਿਸਾਨ ਨੇ, ਆਪਣੀ ਲੋਕੀ ਨੇ। ਪਰ ਇਹੋ ਜਿਹੇ ਲੋਕੀ ਕਾ ਦੇਖੇ ਕਿ ਆਪਣਾ ਪੁੱਤਰ, ਮਤਲਬ ਉਹ ਜਿਹੜਾ ਫੌਜੀ ਹੈ, ਜਿਹੜਾ ਜਵਾਨ ਹੈ, ਕਿਸਾਨਾਂ ਦੀ ਵੀ ਡੈਥ ਹੋਈ ਹੈ ਉਸ 26 ਜਨਵਰੀ ਵਾਲੇ ਇੰਸੀਡੈਂਟ ਦੇ ਵਿੱਚ। ਜਨਵਰੀ ਵਾਲੇ ਦਿਨ ਸਿਰਫ ਇੱਕ ਕਿਸਾਨ ਬੱਚੇ ਦੀ ਡੈਥ ਹੋਈ, ਉਹ ਵੀ ਇਸ ਕਰਕੇ ਕਿ ਉਹਦਾ ਟਰੈਕਟਰ ਪਲਟ ਗਿਆ। ਉਹ ਟਰੈਕਟਰ 'ਤੇ ਕੁਝ ਕਰ ਰਿਹਾ, ਉਹਦਾ ਟਰੈਕਟਰ ਪਲਟ ਗਿਆ, ਇਸ ਕਰਕੇ ਹੋਈ। ਪਰ ਹੋਰ ਕਿਸੇ ਕਿਸਾਨ ਦੀ ਡੈਥ ਨਹੀਂ ਹੋਈ 26 ਜਨਵਰੀ ਵਾਲੇ ਦਿਨ। ਪਰ ਉਸ ਦਿਨ 300 ਤੋਂ ਜ਼ਿਆਦਾ ਪੁਲਿਸ ਵਾਲੇ ਫੱਟੜ ਕੀਤੇ, ਔਰ ਉਸ ਤੋਂ ਬਾਵਜੂਦ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ। ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਕਿ ਸਰਕਾਰ ਦੇ ਮਨ 'ਚ ਕਿਤੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸਾਨਾਂ ਨੂੰ ਕਿਤੇ ਕੋਈ ਦੁੱਖ ਦੇਣਾ ਹੈ, ਇਹ ਕਿਤੇ ਮਨ 'ਚ ਨਹੀਂ ਹੈਗਾ। ਔਰ ਹਾਂ, ਪਰ ਸਾਡੀ ਇਹ ਰਿਕੁਐਸਟ ਹੈ, ਬੇਨਤੀ ਹੈ ਕਿਸਾਨਾਂ ਨੂੰ ਵੀ, ਹਾਲੇ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿਸਾਨਾਂ ਨੂੰ, ਕਿਰਪਾ ਕਰਕੇ ਆਓ, ਆਪਾਂ ਇਹਦਾ ਰਸਤਾ ਕੱਢਾਂਗੇ, ਇਹਦਾ ਸੋਲੂਸ਼ਨ ਕੱਢਾਂਗੇ ਔਰ ਤੁਹਾਡੇ ਹਿੱਤ 'ਚ ਸੋਲੂਸ਼ਨ ਕੱਢਾਂਗੇ। ਜਿਹੜੇ ਹੁਣ ਵਿਰੋਧ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕੇ ਹੈ ਦੁਸ਼ਹਿਰੇ ਵਾਲੇ ਦਿਨ ਜਾਂ 26 ਅਕਤੂਬਰ ਨੂੰ ਲਖਨਊ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਿਹਾ, ਕਿਉਂਕਿ ਆਉਣ ਵਾਲੇ ਦਿਨਾਂ ਯੂਪੀ ਦੇ ਵਿੱਚ ਵੀ ਇਲੈਕਸ਼ਨ ਨੇ। ਇਸ ਨੂੰ ਕਿਸ ਤਰ੍ਹਾਂ ਬੀਜੇਪੀ ਸਾਰੇ ਲੀਡਰਸ਼ਿਪ ਦੇਖਦੀ ਹੈ? ਤੇ ਤੁਸੀਂ ਇੱਕ ਕਿਹਾ ਕਿ ਹਾਂ ਵੀ ਐਜ਼ ਸਿੱਖ ਹੋਣ ਦੇ ਨਾਤੇ ਮੇਰੇ ਨਾਲ ਸੰਪਰਕ ਕਰਨ, ਮੈਂ ਮਸਲੇ ਹੱਲ ਕਰਵਾਉਣ ਦੇ ਵਿੱਚ ਅੱਗੇ ਲੱਗ ਕੇ ਇਹਨਾਂ ਦੇ ਨਾਲ ਚੱਲਾਂਗਾ। ਜੇ ਤੁਹਾਡੇ ਨਾਲ ਸੰਪਰਕ ਕੀਤਾ ਜਾਂਦਾ ਤਾਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਵਾਓਗੇ ਇਹਨਾਂ ਦੀ? ਜਿੱਥੇ ਲੋੜ ਹੈ ਜੀ, ਮੈਂ ਸਿੱਖ ਨਹੀਂ, ਮੈਂ ਕਿਸਾਨ ਵੀ ਹਾਂ ਜੀ, ਮੈਂ ਖੇਤੀ ਵੀ ਕਰਦਾ ਰਿਹਾ ਜੀ। ਇਹ ਤਾਂ ਹੁਣ ਮੈਂ ਫੁੱਲ ਟਾਈਮ ਸਮਾਜਿਕ ਕੰਮ 'ਚ ਆ ਗਿਆ। ਪਰ ਮੇਰੀ ਹਾਲੇ ਵੀ ਬੇਨਤੀ ਜੀ, ਜਿੱਥੇ ਲੋੜ ਪਏਗੀ ਉੱਥੇ ਮੈਂ ਆਪ ਤੁਰਾਂਗਾ ਜੀ। ਪਰ ਬੈਠ ਕੇ ਗੱਲ ਤੇ ਕਰੀਏ, ਕਨਵਿੰਸ ਤੇ ਕਰੋ। ਔਰ ਮੈਂ, ਅਗਰ ਤੁਹਾਨੂੰ ਦਿੱਕਤ ਹੋ ਰਹੀ ਹੈ, ਤੁਹਾਨੂੰ ਇਹ ਹੋ ਰਿਹਾ ਕਿ ਮੀਟਿੰਗ ਨਹੀਂ ਹੁੰਦੀ, ਮੈਂ ਲੈ ਜਾ ਕੇ ਮੀਟਿੰਗ ਕਰਾਉਣ ਨੂੰ ਤਿਆਰ ਹਾਂ, ਕੋਈ ਸੀ ਮੀਟਿੰਗ ਕਰਨ ਨੂੰ ਤਿਆਰ ਹਾਂ। ਪਰ ਰਿਜ਼ੋਲਵ ਕਰੋ ਨਾ। ਪਰ ਇਹ ਕਹਿਣਾ ਜੀ ਨਹੀਂ ਮਾਈ ਵੇ ਜਾਂ ਹਾਈਵੇ ਨਹੀਂ ਚੱਲੇਗਾ, ਇਹ ਨਹੀਂ ਹੋ ਸਕਦਾ ਕਿ ਨਹੀਂ ਮੈਂ ਜੋ ਕਹਿ ਰਿਹਾ ਠੀਕ ਹੈ, ਨਹੀਂ ਤੇ ਨਹੀਂ, ਬਾਕੀ ਸਾਰਾ ਗਲਤ ਹੈ। ਇਹ ਫਾਰਮੂਲਾ ਗਲਤ ਹੈ। ਫਿਰ ਰੇੜਕਾ ਉੱਥੇ ਫਸਦਾ ਕਿ ਉਹ ਕਹਿੰਦੇ ਨੇ ਕਿ ਜਦ ਤੱਕ ਰੱਦ ਨਹੀਂ ਹੁੰਦੇ, ਤੁਸੀਂ ਕਹਿੰਦੇ ਰੱਦ ਨਹੀਂ ਕਹਿਣ ਕਿ ਗੱਲਬਾਤ ਦਾ ਤਰੀਕਾ ਕਰਨਾ। ਇੱਦਾਂ ਕਰੋ, ਤੁਸੀਂ ਇੱਕ ਦਿਨ ਲਾਈਵ ਡਿਬੇਟ ਕਰ ਲਓ, ਜਿਹੜਾ ਤੁਹਾਨੂੰ ਸਭ ਤੋਂ ਸਮਝਦਾਰ ਕਿਸਾਨ ਲੀਡਰਾਂ ਨੂੰ ਬੁਲਾ ਲਓ, ਠੀਕ ਹੈ ਜੀ। ਇੱਧਰੋਂ ਮੈਂ ਬੈਠ ਜਾਂਦਾ,
ਇੱਕ ਇੱਕ ਇਸ਼ੂ ਤੇ ਡਿਸਕਸ ਕਰ ਲੈਂਦੇ ਨੇ ਫੇਅਰ ਐਂਡ ਜਸਟੀਫਾਈਡ। ਮੈਂ ਇੱਕ ਚੈਨਲ ਤੇ ਆਲਰੇਡੀ ਕਰ ਚੁੱਕਾ, ਮੈਂ ਨਾਮ ਨਹੀਂ ਲੈ ਰਿਹਾ ਚੈਨਲ ਦਾ, ਮੈਂ ਇੱਕ ਚੈਨਲ ਤੇ ਇੱਕ ਦਿਨ 1 ਘੰਟਾ ਡਿਸਕਸ਼ਨ ਕਰ ਚੁੱਕਾ ਬੜੇ ਕਾਮਲੀ, ਕੋਈ ਗਰਮੀ ਨੇ। ਲੱਗਦਾ ਕਿ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਵੀ ਕਿਤੇ ਨਾ ਕਿਤੇ ਉਹਦੇ 'ਚ ਵੀ ਵੱਡੀਆਂ ਕਮੀਆਂ ਰਹੀਆਂ ਕਿ ਹਾਂ ਵੀ ਇਹ ਸਾਰੇ ਮਸਲੇ ਨੂੰ ਸੈਂਟਰ ਲੀਡਰਸ਼ਿਪ ਤੱਕ ਪਹਿਲਾਂ ਸਹੀ ਤਰ੍ਹਾਂ ਨਹੀਂ ਪਹੁੰਚਾ ਪਾਈ, ਨਹੀਂ ਤਾਂ ਇਹ ਮਸਲਾ ਪੰਜਾਬ ਦੇ ਵਿੱਚ ਹੀ ਹੱਲ ਹੋ ਜਾਂਦਾ ਤੇ ਇਹ ਸਾਰਾ ਜਿਹੜਾ ਹੁਣ 1 ਸਾਲ ਤੋਂ ਕਿਆਵਤ ਚੱਲ ਰਹੀ ਹੈ ਦੇਖਣ ਨੂੰ ਨਾ ਮਿਲਦੀ। ਨਹੀਂ, ਸਾਡੀ ਲੀਡਰਸ਼ਿਪ ਨੇ ਸਿਰਫ ਇਹ ਨਹੀਂ ਸੋਚਿਆ ਸੀ ਕਿ ਇਹ ਪੋਲੀਟੀਕਲੀ ਮੋਟੀਵੇਟਡ ਹੈ ਮਾਮਲਾ। ਅਸੀਂ ਉਹ ਅਸੈਸਮੈਂਟ ਵਿੱਚ ਗਲਤੀ ਹੋ ਗਈ ਸਾਡੇ ਕੋਲ ਕਿ ਅਸੀਂ ਇਹ ਨਹੀਂ ਸਮਝ ਪਾਏ ਕਿ ਇਹ ਰਾਜਨੀਤਿਕ ਤੋਂ ਮੋਟੀਵੇਟਡ ਹੈ। ਅਸੀਂ ਜੈਨੂਅਲੀ ਕਿਸਾਨਾਂ, ਸਾਡੇ ਲੋਕੀ ਲੱਗੇ ਰਹੇ, ਸਾਡੇ ਲੋਕੀ ਕਿਸਾਨਾਂ ਦੇ ਇਸ਼ੂ ਲੈ ਕੇ ਲੱਗੇ ਰਹੇ, ਗੱਲ ਵੀ ਕਰਦੇ ਰਹੇ, ਸਾਡੇ ਪੰਜਾਬ ਦੀ ਲੀਡਰਸ਼ਿਪ ਸਾਡੀ ਲੱਗੀ ਰਹੀ। ਪਰੰਤੂ ਕਿਉਂ ਅਗਰ ਰਾਜਨੀਤਿਕ ਨਾਲ ਮੋਟੀਵੇਟਡ ਹੋਏਗਾ ਕਿੱਦਾਂ ਗੱਲ ਚੱਲੇਗੀ। ਪਰ ਮੈਂ ਇੱਕ ਗੱਲ ਤੁਹਾਨੂੰ ਅੱਜ ਆਖਰੀ ਗੱਲ ਕਰਨਾ ਚਾਹੁੰਦਾ, ਜਿਹੜੇ ਲੋਕੀ ਇੱਕ ਕਿਸਾਨ ਦੇ ਇਸ਼ੂ ਨੂੰ ਸਿੱਖ ਇਸ਼ੂ ਬਣਾ ਰਹੇ ਨੇ, ਉਹ ਗਲਤੀ ਕਰ ਰਹੇ ਨੇ, ਉਹ ਦੇਸ਼ ਦਾ ਨਾਲ ਧੋਖਾ ਕਰ ਰਹੇ, ਨੁਕਸਾਨ ਕਰ ਰਹੇ ਦੇਸ਼ ਦਾ। ਮੈਂ 3 ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਦਾ ਜ਼ਰੂਰ ਅੱਜ। 84 ਦੇ ਕਤਲੇਆਮ ਦੀ ਸਜ਼ਾ 30 ਸਾਲ ਨਹੀਂ ਮਿਲੀ। ਮੋਦੀ ਸਰਕਾਰ ਆਉਣ ਤੋਂ ਬਾਅਦ ਸੱਜਣ ਕੁਮਾਰ ਔਰ ਬਾਕੀ ਲੋਕੀ ਜੇਲ੍ਹ ਗਏ ਪਹਿਲੀ ਵਾਰ। ਅੱਜ ਤੱਕ ਬਾਹਰ ਨਹੀਂ ਆਇਆ ਸੱਜਣ ਕੁਮਾਰ। ਨਹੀਂ ਤਾਂ ਕਾਂਗਰਸ ਨੇ ਕਦੀ ਪੁੱਛਿਆ ਕਿਸੇ ਨੇ ਕਾਂਗਰਸ ਨੂੰ ਵੀ ਤੁਸੀਂ 30 ਸਾਲ ਤੱਕ ਕਿਉਂ ਨਹੀਂ ਉਹਨੂੰ ਧੱਕਾ ਅੰਦਰ ਲਾਇਆ ਸੱਜਣ ਕੁਮਾਰ ਨੂੰ। ਕਰਤਾਰਪੁਰ ਦਾ ਲਾਂਘਾ 70 ਸਾਲ 'ਚ ਨਹੀਂ ਖੋਲ੍ਹਿਆ। ਪ੍ਰਧਾਨ ਮੰਤਰੀ ਮੋਦੀ ਜੀ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, ਅੱਜ ਤੱਕ ਕਦੀ ਨਹੀਂ ਖੋਲ੍ਹਿਆ। ਮੈਂ ਹੁਣੇ ਰੀਸੈਂਟ ਐਗਜ਼ਾਮਪਲ ਦੇਵਾਂ ਤੁਹਾਨੂੰ, ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਕਦੀ ਕੋਈ ਸਰਦਾਰ ਬਣਿਆ ਨਹੀਂ ਸੀ ਜੀ। ਤਲੋਚਨ ਸਿੰਘ ਜੀ ਬਣੇ ਸਨ ਅਟਲ ਜੀ ਦੀ ਸਰਕਾਰੀ, ਹੁਣ ਬਣੇ ਨੇ ਮੋਦੀ ਦੀ ਸਰਕਾਰੀ ਲਾਲਪੁਰਾ ਜੀ, ਕਦੀ ਬਣਿਆ ਨਹੀਂ। ਇਹ ਔਨਗੋਇੰਗਲੀ ਐਫਰਟਸ ਨੇ ਕਿ ਨਹੀਂ ਅਸੀਂ ਸਿੱਖਾਂ ਦਾ ਮਾਨ ਸਨਮਾਨ ਕਰਨਾ, ਸਿੱਖਾਂ ਦੇ ਇਸ਼ੂ ਰਿਜ਼ੋਲਵ ਕਰਨੇ। ਇੱਕ 314 ਦੀ ਕਾਲੀ ਸੂਚੀ ਸੀ, ਉਹ 312 ਰਹਿ ਗਈ, ਸਿਰਫ 312 ਚਲੇ ਗਏ, ਸਿਰਫ 2 ਰਹਿ ਗਏ ਉਹਦੇ 'ਚੋਂ। ਇਹ ਮੋਦੀ ਸਰਕਾਰ ਨੇ ਕੀਤਾ, ਨਹੀਂ ਤੇ ਉਹ 314 ਲੋਕੀ ਬਾਹਰ ਹੀ ਰਹਿੰਦੇ ਸਨ, ਹਿੰਦੁਸਤਾਨ ਕਦੀ ਆ ਨਹੀਂ ਸਕਦੇ ਸਨ। ਮੈਂ ਅਗਲੀ ਗੱਲ ਜਿਹੜੀ ਕਹਿਣ ਲੱਗਾ ਉਹ ਬਹੁਤ ਵੱਡੀ ਗੱਲ ਹੈ ਜੀ। ਉਹ ਹੈ ਕਿ ਸਾਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਟਰਾਂਸਲੇਸ਼ਨ ਹਿੰਦੁਸਤਾਨ ਦੀ ਹਰ ਲੈਂਗੁਏਜ ਵਿੱਚ ਹੋ ਰਹੀ ਹੈ। ਉਹ ਪ੍ਰਧਾਨ ਮੰਤਰੀ ਮੋਦੀ ਸਰਕਾਰ ਕਰਾ ਰਹੀ ਹੈ ਕਿ ਅੱਛਾ ਦੱਸੋ ਦੁਨੀਆ ਦਾ ਕਿਹੜਾ ਪ੍ਰਧਾਨ ਮੰਤਰੀ, ਕਿਹੜਾ ਰਾਸ਼ਟਰਪਤੀ ਹੈ ਜਿਹੜਾ ਆਪਣੇ ਇੱਥੇ ਮਿਨੋਰਿਟੀ ਦੀ ਗੁਰੂ ਦੀ ਬਾਣੀ ਦਾ ਟਰਾਂਸਲੇਸ਼ਨ ਹਿੰਦੁਸਤਾਨ ਦੀ ਲੈਂਗੁਏਜ ਵਿੱਚ ਕਰਾਏਗਾ ਜੀ। ਔਰ ਐਫਰਟ ਇਹ ਵੀ ਕਿ ਦੁਨੀਆ ਦੀ ਲੈਂਗੁਏਜ ਹੋਏ, ਪਰ ਹਿੰਦੁਸਤਾਨ ਦੀ ਲੈਂਗੁਏਜ ਤੇ ਹੋ ਹੀ ਰਿਹਾ ਆਲਰੇਡੀ। ਇੱਥੇ ਬੁੱਕ ਟਰਸਟ ਨੂੰ ਦਿੱਤਾ ਕੰਮ, ਉੱਥੇ ਯੂਨੈਸਕੋ ਨੂੰ ਅਪੀਲ ਕੀਤੀ ਹੋਈ ਹੈ। ਇੱਕ ਸੈਕਿੰਡ ਹੋ ਲਾਂਗਾ, ਇਹ ਕੰਮ ਕਦੀ ਕਿਸੇ ਨੇ ਸੋਚਿਆ ਸਨ ਸਰ? ਇਹ ਪ੍ਰਧਾਨ ਮੰਤਰੀ ਮੋਦੀ ਹੈ, ਉਹਨੂੰ ਇਸ ਕਰਕੇ ਨਹੀਂ ਕਿ ਕੋਈ ਐਕਸਟਰਾ, ਇਹ ਨਾਰਮਲ ਨੈਚੁਰਲ ਭਾਵਨਾ ਹੈ ਉਹਨਾਂ ਦੀ। ਤੁਹਾਨੂੰ ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਕੁਝ ਮਹੀਨੇ ਹੀ ਰਹਿ ਗਏ ਇਲੈਕਸ਼ਨ ਦੇ ਵਿੱਚ, ਯੂਪੀ ਦੇ ਵਿੱਚ ਵੀ ਆਉਣ ਵਾਲੇ ਸਾਲ ਦੇ ਵਿੱਚ ਇਲੈਕਸ਼ਨ ਨੇ, ਇਹ ਸਾਰੇ ਅੰਦੋਲਨ ਦਾ ਜਿਹੜਾ ਹੈਗਾ ਬੀਜੇਪੀ ਨੂੰ ਨੁਕਸਾਨ ਉਠਾਉਣਾ ਪੈ ਸਕਦਾ? ਬੀਜੇਪੀ ਪੰਜਾਬ ਲੀਡਰਸ਼ਿਪ ਕਹਿ ਰਹੀ ਹੈ ਕਿ ਸਰਕਾਰ ਬਣਾਵਾਂਗੇ, ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਹੋ ਰਿਹਾ, ਭਾਵੇਂ ਬੇਸ਼ੱਕ ਤੁਸੀਂ ਸੰਗਠਨ ਨੂੰ ਲਗਾਤਾਰ ਮਜ਼ਬੂਤ ਕਰਨ ਵਾਸਤੇ ਇੰਟਰਨਲ ਮੀਟਿੰਗਾਂ ਤੇ ਹੋਰ ਪ੍ਰੋਗਰਾਮ ਉਲੀਕ ਰਹੇ ਹੋ, ਪਰ ਧਰਾਤਲ ਤੇ ਜੇ ਦੇਖਿਆ ਜਾਵੇ ਤਾਂ ਕਿਸਾਨ ਲੀਡਰ ਜਿਹੜੇ ਨੇ ਜਗ੍ਹਾ ਜਗ੍ਹਾ ਬੀਜੇਪੀ ਦਾ ਵਿਰੋਧ ਕਰ ਰਹੇ ਨੇ। ਇਹ ਸਾਰੇ ਜਿਹੜਾ ਕਿਸਾਨ ਅੰਦੋਲਨ ਦਾ ਬੀਜੇਪੀ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਤੇ 2022 ਦੇ ਵਾਸਤੇ ਪੰਜਾਬ ਦੇ ਬੀਜੇਪੀ ਦੀ ਕੀ ਸਟ੍ਰੈਟਜੀ ਰਹੇਗੀ? ਮੈਂ ਪੰਜਾਬ ਔਰ ਯੂਪੀ ਥੋੜ੍ਹਾ ਅਲੱਗ ਕਰ ਲਈਏ। ਯੂਪੀ 'ਚ 110% ਮੋਦੀ ਯੋਗੀ ਜੀ ਦੀ ਸਰਕਾਰ ਬਣ ਰਹੀ ਹੈ, ਕੋਈ ਕਾਰਨ ਨਹੀਂ ਕਿ ਯੋਗੀ ਦੀ ਸਰਕਾਰ ਨਾ ਬਣੇ। ਪੰਜਾਬ ਵਿੱਚ ਮੇਰੀ ਗੱਲ ਨੋਟ ਕਰ ਲੈਣਾ, 30 ਨਵੰਬਰ ਤੋਂ ਬਾਅਦ ਤੁਹਾਨੂੰ ਦੁਬਾਰਾ ਆ ਜਾਵਾਂਗਾ, ਤੁਹਾਡੇ ਕੋਲ ਮੈਂ ਬੈਠ ਜਾਵਾਂਗਾ। 30 ਨਵੰਬਰ ਤੋਂ ਬਾਅਦ ਤੁਸੀਂ ਕਹੋਗੇ ਹਾਲਾਤ ਬਦਲ ਗਏ ਜੀ। ਬਿਲਕੁਲ ਐਸੇ ਕਿ ਆਰਪੀ ਸਿੰਘ ਜਿਹੜੇ ਕਹਿੰਦੇ ਨੇ ਕਿ ਕਿਸਾਨਾਂ ਦੀ ਆੜ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਤੇ ਇਹ ਰਾਜਨੀਤੀ ਹੈ ਜਿਹੜੀਆਂ ਹੈਗੀਆਂ ਵਿਰੋਧੀ ਪਾਰਟੀਆਂ ਲਗਾਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤੇ ਕਿਸਾਨ ਦੂਜੇ ਪਾਸੇ ਬੀਜੇਪੀ ਦਾ ਜਿਹੜਾ ਵਿਰੋਧ ਕਰ ਰਹੇ ਨੇ ਦੇਸ਼ ਭਰ ਦੇ ਵਿੱਚ, ਉਹ ਕਹਿੰਦੇ ਨੇ ਕਿਸਾਨ ਆਪਣੇ ਮੁੱਦੇ ਬੇਸ਼ੱਕ ਹੱਲ ਕਰਵਾਉਣ, ਅਸੀਂ ਉਹਨਾਂ ਦੇ ਹੱਲ ਕਰਨ ਵਾਸਤੇ ਲਗਾਤਾਰ ਤਿਆਰ ਆ, ਕਿਉਂਕਿ ਸਿੱਖ ਕਿਸਾਨਾਂ ਨੂੰ ਸਿੱਖ ਅਤੇ ਮੁੱਦਾ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜੋ ਸਿੱਖਾਂ ਵਾਸਤੇ ਬੀਜੇਪੀ ਨੇ ਕੀਤਾ ਵਾ ਉਹ ਕਿਸੇ ਪਾਰਟੀ ਨੇ ਅੱਜ ਤੱਕ ਨਹੀਂ ਕੀਤਾ। ਪਰ ਜੇ ਕਿਸਾਨ ਰਾਜਨੀਤੀ ਵੱਲ ਨੂੰ ਤੁਰਨਗੇ ਤਾਂ ਬੀਜੇਪੀ ਵੀ ਉਸ ਰਾਜਨੀਤੀ ਦਾ ਜਵਾਬ ਉਸ ਰਾਜਨੀਤੀ ਦੇ ਨਾਲ ਦੇਣਗੇ ਤੇ ਪੰਜਾਬ ਦੀ ਆਉਣ ਵਾਲੇ ਇਲੈਕਸ਼ਨਾਂ ਦੇ ਉੱਤੇ ਉਹਨਾਂ ਦਾ ਵੱਡਾ ਬਿਆਨ ਹੈ ਕਿ 30 ਨਵੰਬਰ ਤੋਂ ਬਾਅਦ ਪੰਜਾਬ ਦੇ ਹਾਲਾਤ ਬਦਲਣਗੇ ਤੇ ਇੱਕ ਵਾਰ ਫਿਰ ਆ ਕੇ ਪੰਜਾਬ ਦੇ ਵਿੱਚ ਇਸ ਮੁੱਦੇ ਤੇ ਗੱਲਬਾਤ ਕਰਨਗੇ, ਕਿਉਂਕਿ ਲਗਾਤਾਰ ਬੀਜੇਪੀ ਦੇ ਪੰਜਾਬ ਦੇ ਲੀਡਰ ਵੀ ਕਹਿ ਰਹੇ ਨੇ ਕਿ ਸਰਕਾਰ ਬਣਾਵਾਂਗੇ ਤੇ ਅੱਜ ਨੈਸ਼ਨਲ ਲੀਡਰ ਲੁਧਿਆਣਾ ਪਹੁੰਚੇ ਨੇ, ਉਹਨਾਂ ਦਾ ਵੀ ਦਾਅਵਾ ਕਿ 30 ਨਵੰਬਰ ਤੋਂ ਬਾਅਦ ਪੰਜਾਬ ਦੇ ਹਾਲਾਤ ਬਦਲਣਗੇ ਤੇ ਬੀਜੇਪੀ ਦੇ ਹੱਕ ਦੇ ਵਿੱਚ ਹੋਣਗੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।